ਆਈ ਗੱਲ ਚੰਗੀ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੈ। ਕੱਲੇ ਆਵੇ ਨਾਨਕਾ ਸਦੇ ਉਠੀ ਜਾਹੇ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਅਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ। ਮਾਤਾ ਤੇਜਿੰਦਰ ਕੌਰ ਜੀ ਜੋ ਕਿ ਪਿਛਲੇ ਦਿਨੀ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਭਾਣੇ ਅੰਦਰ ਉਸ ਦੇ ਹੁਕਮ ਅੰਦਰ ਸੰਸਾਰਿਕ ਯਾਤਰਾ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ। ਸਮੂਹ ਪਰਿਵਾਰ ਰਿਸ਼ਤੇਦਾਰਾਂ ਨੂੰ ਸਦੀਵੀ ਵਿਛੋੜਾ ਦੇ ਕੇ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਇਸ ਵਕਤ ਆਪਾਂ ਸਰਬੱਤ ਸੰਗਤ ਉਹਨਾਂ ਦੇ ਅੰਤਮ ਅਰਦਾਸ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਬੈਠ ਕਰਕੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਯੋਗੇਸ਼ ਸਿੰਘ ਦੇ ਸਮੂਹ ਜਥੇ ਪਾਸੋਂ ਇਲਾਹੀ ਗੁਰਬਾਣੀ ਦਾ ਕੀਰਤਨ ਸ਼ਰਮ ਕਰ ਰਹੇ ਸਾਂ। ਆਓ ਪਰਿਵਾਰ ਦੇ ਵੱਲੋਂ ਹੁਕਮ ਹੋਇਆ ਦਾਸ ਨੂੰ ਕਿ ਮਾਤਾ ਤੇਜਿੰਦਰ ਕੌਰ ਦੇ ਨਿਮਿਤ ਆਪਾਂ ਗੁਰਬਾਣੀ ਦੇ ਨਾਲ ਜੁੜ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਬਖਸ਼ਿਸ਼ ਕਰਨੇ ਹਨ, ਸ਼ਰਧਾਂਜਲੀ ਭੇਟਾ ਕਰਨੀ ਹੈ ਤੇ ਨਾਲ ਹੀ ਅਸੀਂ ਸਮੂਹ ਸੰਗਤਾਂ ਨੇ ਰਲ ਮਿਲ ਕਰਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਕਰਨੀ ਹੈ ਕਿ ਸਤਿਗੁਰੂ ਮਹਾਰਾਜ ਜੀਓ, ਜੋ ਜੀਵ ਸਾਡੇ ਤੋਂ ਵਿਛੜ ਚੁੱਕਾ ਹੈ, ਮਾਤਾ ਤੇਜਿੰਦਰ ਕੌਰ ਜੀ ਜੋ ਕਿ ਅਕਾਲ ਚਲਾਣਾ ਕਰ ਗਏ ਹਨ, ਸਤਿਗੁਰੂ ਮਹਾਰਾਜ ਕਿਰਪਾ ਰਹਿਮਤ ਕਰਨੀ, ਉਹਨਾਂ ਦੀ ਰੂਹ ਆਤਮਕ ਸ਼ਾਂਤੀ ਬਖਸ਼ਿਸ਼ ਕਰਨੀ, ਕਿਰਪਾ ਕਰਨੀ, ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਤੇ ਸਿਰ ਤੇ ਮਿਹਰ ਭਰੇ ਹੱਥ ਰੱਖ ਕਰਕੇ ਆਪ ਜੀ ਉਹਨਾਂ ਦੇ ਉੱਤੇ ਕਿਰਪਾ ਕਰਨੀ, ਚੜ੍ਹਦੀ ਕਲਾ ਬਖਸ਼ਣੀ, ਰਹਿਮਤ ਕਰਨੀ। ਸਵਾਓ ਸਰਬੱਤ ਸੰਗਤ ਰਲ ਮਿਲ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੁੜ ਕਰਕੇ ਹਾਜ਼ਰੀ ਭਰੀਏ। ਸਭ ਤੋਂ ਪਹਿਲਾਂ ਆਪਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਨਾ ਹੈ। ਸਰਬੱਤ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਭਰ ਲਾਭ ਪ੍ਰਾਪਤ ਕਰੀਏ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦਾ ਫੁਰਮਾਨ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ ਹੈ। ਜੋ ਦਿਨ ਆਵੈ ਸੋ ਦਿਨ ਜਾਹੇ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ। ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਗਨ ਸਿਰ ਉੱਪਰ ਮਰਨਾ। ਪਰਮਾਤਮਾ ਦੀ ਸ੍ਰਿਸ਼ਟੀ ਦਾ ਨਿਯਮ ਹੈ ਕਿ ਜੋ ਵੀ ਸੰਸਾਰ ਦੇ ਵਿੱਚ ਆਇਆ ਹੈ
ਉਹਨੇ ਇੱਕ ਵਾਰ ਜੋ ਵੀ ਸੰਸਾਰ ਦੇ ਵਿੱਚ ਆਉਂਦਾ ਹੈ, ਉਸ ਨੇ ਆਪਣਾ ਸਮਾਂ ਜੋ ਪਰਮਾਤਮਾ ਵਾਹਿਗੁਰੂ ਨੇ ਲਿਖਿਆ ਹੋਇਆ ਹੈ ਉਹ ਸਮਾਂ ਭੋਗ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਅੰਦਰ ਸੰਸਾਰ ਤੋਂ ਕੂਚ ਕਰ ਜਾਂਦਾ ਹੈ, ਸਦੀਵੀ ਵਿਛੋੜਾ ਦੇ ਜਾਂਦਾ ਹੈ। ਸੋ ਜਿਸ ਤਰ੍ਹਾਂ ਹੁਣ ਸਾਡੇ ਬਹੁਤ ਸਤਿਕਾਰਯੋਗ ਮਾਤਾ ਤੇਜਿੰਦਰ ਕੌਰ ਜੀ ਸਮੂਹ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ, ਅਸੀਂ ਉਹਨਾਂ ਦੇ ਨਿਮਿਤ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਹਾਂ। ਅੰਤਿਮ ਅਰਦਾਸ ਦਾ ਮਨੋਰਥ ਕੀ ਹੈ ਕਿ ਜੋ ਸਾਡਾ ਜੀਵ ਦੇ ਨਾਲ ਸੰਬੰਧ ਹੁੰਦਾ ਹੈ, ਪਿਆਰ ਹੁੰਦਾ ਹੈ, ਕਿ ਜੋ ਅਸੀਂ ਜਿਸ ਜੀਵ ਨਾਲ ਵਿਚਰਦੇ ਹਾਂ ਸਾਡਾ ਉਹਦੇ ਨਾਲ ਪਿਆਰ ਪੈ ਜਾਂਦਾ ਹੈ, ਮੋਹ ਪੈ ਜਾਂਦਾ ਹੈ। ਅਤੇ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਤੇਰਾ ਫਰਜ਼ ਬਣ ਜਾਂਦਾ ਹੈ ਕਿ ਜੋ ਜੀਵ ਜਿਹੜੇ ਤੇਰੇ ਨਾਲ ਵਿਛੜ ਗਿਆ ਹੈ, ਜਿਸ ਜੀਵ ਦੇ ਨਾਲ ਤੇਰਾ ਸੰਬੰਧ ਸੀ, ਤੇਰਾ ਪਿਆਰ ਸੀ ਅਤੇ ਤੇਰਾ ਹੱਕ ਬਣਦਾ ਤੂੰ ਉਸ ਲਈ ਭਲਾ ਮੰਗੇ ਅਤੇ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੇ, ਅਰਦਾਸ ਕਰੇ ਕਿ ਪਰਮਾਤਮਾ ਕਿਰਪਾ ਰਹਿਮਤ ਕਰਨੀ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ, ਰੂਹ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨਾ। ਪਰਮਾਤਮਾ ਵਾਹਿਗੁਰੂ ਨੇ ਜੋ ਸਾਨੂੰ ਇਹ ਜੀਵਨ ਦਿੱਤਾ ਹੈ, ਸਵਾਸ ਦਿੱਤੇ ਹਨ, ਇਹ ਉਸ ਅਕਾਲ ਪੁਰਖ ਪਰਮਾਤਮਾ ਦਾ ਹੀ ਫੁਰਮਾਨ ਹੈ। ਜੰਮਨ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜੀਵ ਸੰਸਾਰ ਵਿੱਚ ਜੰਮਦਾ ਹੈ ਅਤੇ ਉਸ ਦੇ ਹੁਕਮ ਵਿੱਚ ਜੰਮਦਾ ਹੈ, ਭਾਵ ਕਿ ਇਸ ਸੰਸਾਰ ਵਿੱਚ ਆਉਂਦਾ ਹੈ। ਜਦੋਂ ਜੀਵ ਪੈਦਾ ਹੁੰਦਾ ਹੈ ਅਸੀਂ ਸਾਰੇ ਬੜੇ ਖੁਸ਼ ਹੁੰਦੇ ਹਾਂ, ਖੁਸ਼ੀ ਕਰਦੇ ਹਾਂ, ਵਧਾਈਆਂ ਦਿੰਦੇ ਹਾਂ ਅਤੇ ਅਸੀਂ ਕਹਿੰਦੇ ਬਹੁਤ ਵਧੀਆ ਮਹਾਰਾਜ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਅਤੇ ਜਦੋਂ ਜੀਵ ਚਲੇ ਜਾਂਦਾ ਅਸੀਂ ਦੁੱਖ ਮਨਾਉਂਦੇ ਹਾਂ। ਜੇ ਤਾਂ ਬਚਪਨ ਵਿੱਚ ਜਾਂ ਜਵਾਨੀ ਵਿੱਚ ਕਿਤੇ ਜੀਵ ਸਾਨੂੰ ਵਿਛੋੜਾ ਦੇ ਜਾਵੇ ਅਤੇ ਅਸੀਂ ਇਹ ਕਹਿੰਦੇ ਹਾਂ ਕਿ ਪਰਮਾਤਮਾ ਨੇ ਬੜਾ ਧੱਕਾ ਕੀਤਾ ਹੈ, ਬੜਾ ਮਾੜਾ ਕੰਮ ਪਰਿਵਾਰ ਦੇ ਨਾਲ ਕੀਤਾ ਹੈ। ਪਰ ਜਦੋਂ ਕੋਈ ਜੀਵ ਵਡੇਰੀ ਉਮਰ ਦੇ ਵਿੱਚ ਜਾਂਦਾ ਹੈ ਦੁੱਖ ਤਾਂ ਲੱਗਦਾ ਹੈ, ਕਿਉਂਕਿ ਸਾਡਾ ਸੰਬੰਧ ਉਹਦੇ ਨਾਲ ਜੁੜਿਆ ਹੁੰਦਾ ਹੈ। ਪਰ ਫਿਰ ਵੀ ਜੋ ਉਮਰ ਭੋਗ ਕੇ ਜਾਂਦੇ ਉਹਨਾਂ ਦਾ ਥੋੜ੍ਹਾ ਜਿਹਾ ਦੁੱਖ ਘੱਟ ਜਾਂਦਾ ਹੈ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਜੋ ਵੀ ਜੀਵ ਜਿੰਨੇ ਸਵਾਸ ਜਿੰਨੀ ਉਮਰ ਭੋਗ ਕੇ ਇਸ ਸੰਸਾਰ ਵਿੱਚੋਂ ਜਾਂਦਾ ਹੈ, ਇਹ ਸਾਰਾ ਕੁਛ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਭਾਣੇ ਵਿੱਚ ਆਉਂਦਾ ਹੈ ਅਤੇ ਭਾਣੇ ਵਿੱਚ ਹੀ ਜਾਂਦਾ ਹੈ। ਸੰਸਾਰ ਵਿੱਚ ਜੀਵ ਦਾ ਆਉਣਾ ਵੀ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਹੈ, ਉਹਦੇ ਹੁਕਮ ਦੇ ਵਿੱਚ ਹੈ, ਅਤੇ ਇਸ ਸੰਸਾਰ ਤੋਂ ਜਾਣਾ ਵੀ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਹੁਕਮ ਵਿੱਚ ਹੈ। ਜਿਉਂ ਜਿਉਂ ਤੇਰਾ ਹੁਕਮ ਹੈ ਤੇ ਵਹਿ ਤਿਉ ਹੋਵਣਾ, ਜਹ ਜਹ ਰੱਖੇ ਆਪ ਤਹ ਜਾਏ ਖੜੋਵਣਾ। ਜਿਸ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਜੀਵੇ ਸੰਸਾਰ ਦੇ ਵਿੱਚ ਵਿਚਰਦਾ ਹੈ। ਅਤੇ ਅੱਜ ਸਾਨੂੰ ਜੋ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਹੁਕਮ ਲਾਇਆ ਹੈ ਕਿ ਅਸੀਂ ਮਾਤਾ ਤੇਜਿੰਦਰ ਕੌਰ ਦੇ ਨਿਮਿਤ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਅਤੇ ਉਹਨਾਂ ਦੇ ਨਿਮਿਤ ਸਾਰਿਆਂ ਨੇ ਅਰਦਾਸ ਕਰਨੀ ਹੈ ਕਿ ਜੀਵ ਸੰਸਾਰ ਦੇ ਵਿੱਚ ਵਿਚਰਦੇ ਹੋਇਆਂ, ਸੰਸਾਰਕ ਯਾਤਰਾ ਕਰਦੇ ਹੋਇਆਂ ਅਨੇਕਾਂ ਹੀ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ। ਸਤਿਗੁਰੂ ਮਹਾਰਾਜ ਜੀ ਉਹਨਾਂ ਨੂੰ
ਨਾ ਚਿਤਾਰਦਿਆਂ ਹੋਇਆਂ ਜੀਵ ਨੂੰ ਸਦੀਵ ਕਾਲ ਦੇ ਲਈ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਜਿੱਤੋਂ ਅਸੀਂ ਸਾਰੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਅਤੇ ਸਤਿਗੁਰੂ ਬੇਅੰਤ ਹੈ, ਸਮਰੱਥ ਹੈ, ਉਹ ਸਾਡੇ ਔਗੁਣਾਂ ਨੂੰ ਨਹੀਂ ਦੇਖਦਾ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਉਹ ਸਤਿਗੁਰੂ ਮਹਾਰਾਜ ਜੀ ਸਾਡੇ ਮਾੜੇ ਕਰਮਾਂ ਦਾ ਲੇਖਾ ਨਹੀਂ ਗਿਣਦਾ। ਉਹ ਸਗੋਂ ਆਪਣਾ ਪਿਆਰ ਵਾਲਾ ਸੁਭਾਅ ਜਿਹੜਾ ਉਸ ਨੂੰ ਚੇਤੇ ਰੱਖਦਾ ਹੈ। ਉਸ ਪਿਆਰ ਵਾਲੇ ਸੁਭਾਅ ਦੇ ਮੁਤਾਬਕ ਹੀ ਉਹ ਜੀਵਾਂ ਨੂੰ ਬਖਸ਼ ਦਿੰਦਾ ਹੈ। ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਦੇ ਉੱਤੇ ਭਰੋਸਾ ਰੱਖ ਕੇ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਜੋ ਸਾਨੂੰ ਇਹ ਜੀਵਨ ਮਿਲਿਆ ਹੈ, ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਹੁਕਮ ਵਿੱਚ ਇਸ ਜੀਵਨ ਨੂੰ ਅਸੀਂ ਜਿਉਣਾ ਕਰੀਏ। ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਹੁਕਮ ਵਿੱਚ ਰਹਿ ਕਰਕੇ ਜਿੰਨੇ ਸਾਨੂੰ ਸਵਾਸ ਮਿਲੇ ਹਨ, ਅਸੀਂ ਉਹਨਾਂ ਸਵਾਸਾਂ ਦਾ ਸ਼ੁਕਰਾਨਾ ਕਰੀਏ ਕਿ ਸਤਿਗੁਰੂ ਮਹਾਰਾਜ ਜੀ ਤੁਸੀਂ ਸਾਨੂੰ ਇਹ ਜੀਵਨ ਦਿੱਤਾ ਹੈ, ਦੇਹ ਦਿੱਤੀ, ਇਹ ਸਵਾਸ ਦਿੱਤੇ ਹਨ, ਇਹ ਸਾਨੂੰ ਇੱਕ ਬਖਸ਼ਿਸ਼ ਕੀਤੀ ਹੈ, ਮੌਕਾ ਦਿੱਤਾ ਹੈ। ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ 84 ਲੱਖ ਜੂਨਾਂ ਹਨ, ਜਿਨ੍ਹਾਂ ਵਿੱਚੋਂ ਇੱਕ ਮਨੁੱਖਾ ਦੇਹ ਹੀ ਹੈ ਜਿਸ ਨੂੰ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਮਹਾਰਾਜ ਕਹਿੰਦੇ ਕਿ ਬੜੇ ਭਾਗਾਂ ਦੇ ਨਾਲ ਇਹ ਤੈਨੂੰ ਮਨੁੱਖਾ ਦੇਹੀ ਮਿਲੀ ਹੈ। ਭਾਵ ਕਿ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਣ ਦੇ ਲਈ ਇਹ ਤੈਨੂੰ ਸਤਿਗੁਰੂ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਮੌਕਾ ਦਿੱਤਾ, ਇੱਕ ਵਾਰੀ ਦਿੱਤੀ ਹੈ, ਇੱਕ ਸਮਾਂ ਦਿੱਤਾ ਹੈ। ਜੇਕਰ ਅਸੀਂ ਇਸ ਮਨੁੱਖਾ ਦੇਹੀ ਦੇ ਵਿੱਚ ਕਿ ਸਦਾ ਉਹਦੀ ਯਾਦ ਵਿੱਚ ਜੁੜੀਏ ਕਿ ਸਤਿਗੁਰੂ ਪਰਮਾਤਮਾ ਜੀ ਜਿਹੜਾ ਤੁਸੀਂ ਸਾਨੂੰ ਸਮਾਂ ਦਿੱਤਾ ਹੈ, ਇਹ ਕਿਰਪਾ ਕਰੋ ਕਿ ਇਸ ਸਮੇਂ ਦੇ ਵਿੱਚ ਰਹਿ ਕੇ ਅਸੀਂ ਤੇਰੀ ਯਾਦ ਦੇ ਨਾਲ ਜੁੜੇ ਰਹੀਏ, ਤਾਂ ਕਿ ਸਾਡਾ ਜਿਹੜਾ ਇਹ ਜੀਵਨ ਜਿਹੜਾ ਸਾਡਾ ਆਉਣਾ ਹੋਇਆ ਸੰਸਾਰ ਦੇ ਉੱਤੇ ਸਫਲਾ ਹੋ ਜਾਵੇ ਅਤੇ ਅਸੀਂ ਆਉਣ ਜਾਣ ਦੇ ਚੱਕਰ ਦੇ ਵਿੱਚੋਂ, ਆਵਾਗਾਉਣ ਦੇ ਚੱਕਰ ਵਿੱਚੋਂ, 84 ਲੱਖ ਜੂਨਾਂ ਦੇ ਵਿੱਚੋਂ ਨਿਕਲ ਕੇ ਅਤੇ ਤੇਰੇ ਚਰਨਾਂ ਦੇ ਨਾਲ ਅਸੀਂ ਸਦਾ ਲਈ ਜੁੜ ਜਾਈਏ। ਸਤਿਗੁਰੂ ਮਹਾਰਾਜ ਜੀ ਦਾ ਬਾਣੀ ਦਾ ਫਰਮਾਨ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਸਤਿਗੁਰੂ ਮਹਾਰਾਜ ਕਹਿੰਦੇ ਮੇਰੇ ਵਰਗੇ ਮੂਰਖਾਂ ਦੀ ਕਿਹੜੀ ਗੱਲ ਹੈ। ਇਹ ਤਾਂ ਜਿਨ੍ਹਾਂ ਨੇ ਉਹਦਾ ਨਾਮ ਸਿਮਰਨ ਕੀਤਾ ਹੈ। ਕਰੋੜਾਂ ਐਸੇ ਪਾਪੀ ਹਨ ਜਿਹੜੇ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕਰਕੇ ਤਰ ਗਏ ਹਨ, ਭਾਵ ਕਿ ਇਸ ਭਾਵ ਸਾਗਰ ਤੋਂ ਪਾਰ ਹੋ ਗਏ ਹਨ ਅਤੇ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਸਦੀਵ ਕਾਲ ਦੇ ਲਈ ਜੁੜ ਗਏ ਹਨ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਵੇਖਿਆ, ਜਿਨ੍ਹਾਂ ਨੇ ਉਸ ਗੁਰੂ ਨਾਨਕ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਜਾਂ ਜਿਨ੍ਹਾਂ ਨੇ ਉਹਨੂੰ ਸੁਣ ਲਿਆ, ਸੇ ਫਿਰ ਗਰਭਾਸ ਨਾ ਭਰਿਆ ਰੇ, ਉਹ ਫਿਰ ਗਰਭ ਜੂਨ ਦੇ ਵਿੱਚ ਨਹੀਂ ਆਉਂਦੇ। ਹੁਣ ਅਸੀਂ ਕਹਾਂਗੇ ਕਿ ਅਸੀਂ ਗੁਰੂ ਨਾਨਕ ਤੇ 500 ਸਾਲ ਪਹਿਲਾਂ ਆਏ ਸੀ, ਫਿਰ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਜਾਂ ਜਿਨ੍ਹਾਂ ਨੇ ਉਹਨੂੰ ਸੁਣਿਆ ਹੋਵੇਗਾ ਉਹੀ ਮੁਕਤ ਹੋਏ, ਉਸ ਤੋਂ ਬਾਅਦ ਫਿਰ ਕੋਈ ਮੁਕਤ ਹੀ ਨਹੀਂ ਹੋਇਆ ਹੋਵੇਗਾ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਗੁਰੂ ਨਾਨਕ ਅੱਜ ਵੀ ਸਾਡੇ ਕੋਲ ਹੈ, ਅੱਜ ਵੀ ਅਸੀਂ ਦਰਸ਼ਨ ਕਰ ਸਕਦੇ ਹਾਂ, ਅੱਜ ਵੀ ਉਸ ਨੂੰ ਅਸੀਂ ਸੁਣ ਸਕਦੇ ਹਾਂ, ਪਰ ਸਾਡੇ ਅੰਦਰ ਉਹ ਭਾਵਨਾ ਹੋਣੀ ਚਾਹੀਦੀ ਹੈ। ਅਸੀਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਜੁੜ ਸਕਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਹੜੀ ਹੈ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹਨ, ਜਿਨ੍ਹਾਂ ਨੂੰ ਸੁਣ ਕੇ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਸੋ ਅਸੀਂ ਜਿੱਥੇ ਮਾਤਾ ਤੇਜਿੰਦਰ ਕੌਰ ਦੇ ਨਿਮਿਤ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਹਾਂ, ਜਿੱਥੇ ਅਸੀਂ
ਉਹਨਾਂ ਦੇ ਰੂਹ ਆਤਮਿਕ ਸ਼ਾਂਤੀ ਦੀ ਅਰਦਾਸ ਕਰਨੀ ਹੈ। ਉੱਥੇ ਅਸੀਂ ਇਹ ਵੀ ਅਰਦਾਸ ਕਰਨੀ ਕਿ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਕੋਲ ਸਵਾਸ ਹਨ, ਕਿਰਪਾ ਰਹਿਮਤ ਕਰਿਓ। ਇਹ ਸਵਾਸ ਤੁਸੀਂ ਆਪਣੇ ਲੇਖੇ ਵਿੱਚ ਲਾਇਓ, ਭਾਵ ਕਿ ਰਹਿੰਦਾ ਸਮਾਂ ਆਪਣੇ ਚਰਨਾਂ ਦਾ ਧਿਆਨ ਜਿਹੜਾ ਸਾਨੂੰ ਬਖਸ਼ਿਸ਼ ਕਰਿਓ, ਕਿਉਂਕਿ ਅੱਜ ਕੱਲ੍ਹ ਜਿਹੜਾ ਸਮਾਂ ਹੈ ਬਹੁਤ ਹੀ ਭਿਆਨਕ ਚੱਲ ਰਿਹਾ ਹੈ। ਅਸੀਂ ਸਾਰੇ ਹੀ ਜਾਣਦੇ ਹਾਂ ਦੁਨੀਆ ਵਿੱਚ ਤਰਾਹ ਜਿਹੜੀ ਮੱਚੀ ਹੋਈ ਹੈ। ਕੁਝ ਸਾਡੀਆਂ ਸਰਕਾਰਾਂ ਦੀਆਂ ਗਲਤੀਆਂ ਦਾ ਕਹਿ ਲਓ, ਜਿਨ੍ਹਾਂ ਕਰਕੇ ਅਸੀਂ ਜ਼ਿਆਦਾ ਡਰੇ ਹੋਏ। ਉਹਨਾਂ ਬਿਮਾਰੀ ਤੋਂ ਨਹੀਂ ਡਰੇ ਜਿੰਨਾ ਅਸੀਂ ਇਸ ਰਾਜਨੀਤਿਕ ਸੰਸਾਰ ਜਿਹੜੇ ਸਰਕਾਰਾਂ ਤੋਂ ਡਰੇ ਹੋਏ ਹਾਂ। ਪਰ ਸਤਿਗੁਰੂ ਮਹਾਰਾਜ ਦੇ ਅੱਗੇ ਇਹ ਬਿਮਾਰੀ ਤਾਂ ਕੁਝ ਵੀ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਤੂੰ ਉਸ ਪਰਮਾਤਮਾ ਦਾ ਨਾਮ ਸਿਮਰਨ ਕਰ, ਇਹ ਸਾਰੇ ਜਿਹੜੇ ਤੇਰੇ ਦੁੱਖ ਹਨ ਇਹ ਸਭ ਦੂਰ ਹੋ ਜਾਣੇ ਆ। ਅਤੇ ਅਸੀਂ ਸਾਰੇ ਅਰਦਾਸ ਕਰਨੀ ਹੈ ਸਤਿਗੁਰੂ ਮਹਾਰਾਜ ਜੀ ਇੱਥੇ ਸਾਡੇ 'ਤੇ ਕਿਰਪਾ ਕਰਨੀ ਹੈ, ਸਾਨੂੰ ਬਖਸ਼ਿਸ਼ ਕਰਨੀ ਹੈ, ਤੰਦਰੁਸਤੀਆਂ ਬਖਸ਼ਿਸ਼ ਕਰਨੀ। ਉੱਥੇ ਸੰਸਾਰ ਦਾ ਵੀ ਭਲਾ ਕਰਿਓ, ਪੂਰੀ ਲੁਕਾਈ ਦਾ ਭਲਾ ਕਰਿਓ, ਸਮੂਹ ਜੀਵਾਂ ਦਾ ਭਲਾ ਕਰਿਓ। ਸਤਿਗੁਰੂ ਮਹਾਰਾਜ ਜੀ ਜਿੰਨੇ ਵੀ ਜੀਵ ਸੰਸਾਰ ਦੇ ਵਿੱਚ ਇਸ ਬਿਮਾਰੀ ਨਾਲ ਪੀੜਤ ਹਨ ਉਹ ਸਾਰਿਆਂ ਦੇ ਉੱਤੇ ਰਹਿਮਤ ਕਰਨੀ, ਤੰਦਰੁਸਤੀਆਂ ਬਖਸ਼ਿਸ਼ ਕਰਿਓ। ਅਤੇ ਰਹਿਮਤਾਂ ਦੇ ਹੱਥ ਜਿਹੜੇ ਹਨ ਉਹਨਾਂ ਦੇ ਉੱਪਰ ਰੱਖਣਾ ਕਰਿਓ ਜੇ। ਸੋ ਸਤਿਗੁਰੂ ਮਹਾਰਾਜ ਨੇ ਜਿੰਨਾ ਕੁ ਸਮਾਂ ਬਖਸ਼ਿਸ਼ ਕੀਤਾ ਹੈ ਸੋ ਉਨੀ ਕੁ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਹੈ। ਸਮੂਹ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ। ਸਾਡੇ ਛੋਟੇ ਸਪੁੱਤਰ ਹੀ ਲੱਗਦੇ ਨੇ ਵੀਰ ਸਾਡੇ ਭਾਈ ਸਾਹਿਬ ਭਾਈ ਜੋਗੇਸ਼ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ, ਉਹ ਆਪ ਜੀ ਦੇ ਨਾਲ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਪਾਉਣਗੇ। ਅਤੇ ਮਾਤਾ ਤੇਜਿੰਦਰ ਕੌਰ ਦੇ ਨਿਮਿਤ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪ ਸੰਗਤਾਂ ਨੂੰ ਜੋੜਨ ਦਾ ਯਤਨ ਕਰਨਗੇ। ਸਵਾਓ ਦਾਸ ਪਾਸੋਂ ਆਪ ਜੀ ਦੇ ਨਾਲ ਵਿਚਾਰ ਕਰਦੇ ਹੋਈਆਂ ਬੇਨਤੀ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਪ ਸਰਬੱਤ ਸੰਗਤ ਗੁਰੂ ਰੂਪ ਹੋ, ਗੁਰੂ ਬਖਸ਼ਣ ਯੋਗ ਹੈ, ਭੁੱਲਾਂ ਗਲਤੀਆਂ ਦੀ ਖਿਮਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਸ ਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋਂ ਵਿਸਾਰੀਐ। ਆਪਨ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀਐ। ਆਪਨ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀਐ। ਦੀਨ ਦੁਨੀਆਂ ਦੇ ਮਾਲਕ ਰੱਬੀ ਜੋਤ ਦਸਾਂ ਪਾਤਸ਼ਾਹੀਆਂ ਦੀ ਦੇ ਆਤਮਿਕ ਸਵਰੂਪ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਿਰਜਣਹਾਰ ਪ੍ਰਤਪਾਲਣਹਾਰ ਸ਼ਬਦ ਗੁਰੂ ਅਵਤਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ, ਤਨਾਂ ਦੀ ਮਹਾਨ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਈਮਾਨ ਗੁਰਾਂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ। ਅੱਜ ਆਪਾਂ ਸਾਰੇ
ਇਸ ਗੱਲ ਤੋਂ ਭਲੀ ਭਾਂਤ ਜਾਣੂ ਹਾਂ। ਸਵਰਗਵਾਸੀ ਮਾਤਾ ਤੇਜਿੰਦਰ ਕੌਰ ਜੀ ਦੇ ਨਿਮਿਤ ਜੋ ਬਾਣੀ ਦੇ ਪ੍ਰਵਾਹ ਪਿਛਲੇ ਦਿਨਾਂ ਤੋਂ ਆਰੰਭ ਹੋਏ ਸਨ, ਅੱਜ ਜਿਸ ਦੇ ਹੁਣੇ ਹੀ ਕੁਝ ਸਮਾਂ ਪਹਿਲਾਂ ਸਮਾਪਤੀ ਹੋਈ ਹੈ, ਸੰਪੂਰਨਤਾ ਹੋਈ ਹੈ। ਉਪਰੰਤ ਆਪ ਜੀਆਂ ਨੇ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ, ਗੁਰੂ ਕੀ ਬਾਣੀ ਦਾ ਕੀਰਤਨ ਵਿਛੜੀ ਹੋਈ ਆਤਮਾ ਦੇ ਨਿਮਿਤ ਸਰਵਣ ਕੀਤਾ ਹੈ। ਉਪਰੰਤ ਗੁਰੂ ਕੇ ਪਿਆਰਿਆਂ ਨੇ ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਗੁਰੂ ਕੀ ਬਾਣੀ ਦੀ ਕਥਾ ਆਪ ਜੀਆਂ ਨੂੰ ਸ਼ਰਵਣ ਕਰਵਾਈ ਹੈ। ਆਓ 1 ਵਜੇ ਤੱਕ ਪਰਿਵਾਰ ਵੱਲੋਂ ਸਮਾਂ ਨਿਸ਼ਚਿਤ ਕੀਤਾ ਹੈ। ਸੋ ਜੋ ਵੀ ਮਾਈ ਭਾਈ ਸਰਬੰਧੀ ਰਿਸ਼ਤੇਦਾਰ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਆਉਂਦਾ ਹੈ, ਬੇਨਤੀ ਹੈ ਪਰਿਵਾਰ ਵੱਲੋਂ ਮੱਥਾ ਟੇਕਦੇ ਸਮੂਹ ਸੰਗਤਾਂ ਰਿਸ਼ਤੇਦਾਰ, ਕਿਉਂਕਿ ਜਿਸ ਤਰ੍ਹਾਂ ਦਾ ਸਮਾਂ ਚੱਲ ਰਿਹਾ ਹੈ ਬਹੁਤਾ ਇਕੱਠ ਨਹੀਂ ਕਰਨਾ ਹੈ। ਗੁਰੂ ਕੇ ਲੰਗਰ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਨੇ, ਨਾਲੋਂ ਨਾਲ ਮੱਥਾ ਟੇਕ ਕੇ ਆਪਾਂ ਚਾਲੇ ਪਾ ਦੇਣੇ ਨੇ, ਗੁਰੂ ਕਾ ਲੰਗਰ ਛਕਣਾ ਹੈ। ਸੋ ਆਓ ਮਾਤਾ ਜੀ ਦੇ ਨਿਮਿਤ ਸਤਿਗੁਰੂ ਗੁਰੂ ਕੀ ਬਾਣੀ ਵਿੱਚ ਜੋ ਸ਼ਬਦ ਨੇ, ਬਾਣੀ ਬੈਰਾਗਮਈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਤੇ ਹੋਰ ਗੁਰੂ ਸਾਹਿਬਾਨਾਂ ਜੀ ਦੀ ਭਗਤਾਂ ਕੀ ਬਾਣੀ, ਇਸ ਵਿਸ਼ੇ ਉੱਪਰ ਬਹੁਤ ਕੁਝ ਸੰਸਾਰ ਦੇ ਸਾਹਮਣੇ ਉਹਨਾਂ ਨੇ ਰੱਖਣਾ ਕੀਤਾ ਹੈ, ਦੱਸਣਾ ਕੀਤਾ ਹੈ। ਆਓ ਸਮੇਂ ਵਿੱਚ ਰਹਿ ਕੇ ਗੁਰਮਤਿ ਵਿਚਾਰਾਂ ਦੀ ਆਰੰਭਤਾ ਕਰੀਏ। ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੇ ਬਾਨੀ, ਸਿੱਖ ਧਰਮ ਦੇ ਮੋਢੀ, ਸਿੱਖ ਧਰਮ ਦੇ ਨੀਂਹ ਸਾਜ ਧੰਨ ਗੁਰੂ ਨਾਨਕ ਮਹਾਰਾਜ ਜੀ ਜਿੱਥੇ ਸਮੁੱਚੇ ਸੰਸਾਰ ਨੂੰ ਪੈਗਾਮ ਦਿੰਦੇ ਨੇ, ਦੇ ਰਹੇ ਨੇ, ਉੱਥੇ ਵਿਸ਼ੇਸ਼ ਤੌਰ 'ਤੇ ਆਸਾ ਕੀ ਵਾਰ ਦੇ ਵਿੱਚ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਇਹ ਬਚਨ, ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰੀਆ। ਜੋ ਵੀ ਸੰਸਾਰ ਦੇ ਵਿੱਚ ਆਇਆ ਉਸ ਨੇ ਇੱਕ ਨਾ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ, ਇਹ ਗੱਲ ਪੱਕੀ ਹੈ। ਜਿੰਨੀ ਵੀ ਬਾਣੀ ਆਪਾਂ ਗੁਰੂ ਕੇ ਪਿਆਰ ਵਾਲਿਓ ਪੜ੍ਹਦੇ ਹਾਂ, ਸੁਣਦੇ ਹਾਂ, ਬਾਣੀ ਦਾ ਇੱਕ ਇੱਕ ਅੱਖਰ ਮੈਂ ਕਈ ਵਾਰ ਬੇਨਤੀ ਕਰਦਾ, ਇਹ ਸੱਚ ਹੈ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਈ ਸੀ ਸੱਚ ਕੀ ਬੇਲਾ। ਅਤੇ ਸਤਿਗੁਰੂ ਮਹਾਰਾਜ ਜੀ ਨੇ ਜੀਵ ਦੀ ਕਹਾਣੀ ਹੀ ਮੌਤ ਤੋਂ ਸ਼ੁਰੂ ਕੀਤੀ ਹੈ। ਮੈਂ ਬੇਨਤੀ ਕਰਾਂ, ਸਿੱਖ ਦੀ ਕਹਾਣੀ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਨੇ ਮੌਤ ਤੋਂ ਸ਼ੁਰੂ ਕੀਤੀ ਹੈ, ਮੌਤ 'ਤੇ ਖਤਮ ਹੈ। ਸੋ ਬੇਨਤੀ ਹੈ ਪਰਿਵਾਰ ਵਾਲਿਆਂ ਨੂੰ ਥੋੜ੍ਹਾ ਜਿਹਾ ਧੀਰਜ ਰੱਖੋ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਨੇ। ਸੋ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਦੇ ਇਹ ਬੋਲ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਮੈਂ ਬੇਨਤੀ ਕਰਾਂ, ਮੌਤ ਉੱਤੇ ਜਿੱਤ ਪ੍ਰਾਪਤ ਕਰਨੀ ਬਹੁਤ ਵਿਰਲੇ ਨੇ ਗੁਰੂ ਕੇ ਪਿਆਰ ਵਾਲੇ। ਮੌਤ ਜਿਹੜੀ ਹੈ ਸਭਨਾਂ ਦੇ ਸਰੀਰਾਂ 'ਤੇ ਹੈ, ਇਕੱਲੀ ਮਨੁੱਖ ਦੀ ਨਹੀਂ। ਜੋ ਵੀ ਸੰਸਾਰ 'ਤੇ ਆਇਆ ਹੈ, ਚਾਹੇ ਜੀਵ ਹੈ, ਚਾਹੇ ਪਸ਼ੂ ਹੈ, ਚਾਹੇ ਪੰਛੀ ਹੈ, ਜਿੰਨੀ ਵੀ ਬਨਸਪਤੀ ਹੈ, ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਸਾਰਿਆਂ ਦਾ ਸਮਾਂ ਹੈ, ਸਾਰੇ ਸੀਮਾ ਦੇ ਵਿੱਚ ਆ। ਪਰ ਇਸ ਗੱਲ ਨੂੰ ਕੋਈ ਵਿਰਲਾ ਬੁੱਝਦਾ ਹੈ। ਬਾਬਾ ਸੁੰਦਰ ਜੀ ਦੇ ਬੋਲ ਬੜੇ ਪਿਆਰੇ, ਕੋਈ ਵਿਰਲੇ ਮਨੁੱਖ ਕਮਾਉਂਦੇ ਨੇ।
ਜਦੋਂ ਆਪਾਂ ਉਹਨਾਂ ਦੀ ਸੱਧ ਬਾਣੀ ਪੜ੍ਹਦੇ ਹਾਂ, ਸਾਨੂੰ ਧਰਵਾਸ ਦਿੰਦੇ ਨੇ। ਕੋਈ ਮਨੁੱਖ ਪੁੱਛੇ ਵੀ ਬਾਣੀ ਪੜ੍ਹਨ ਦਾ ਕੀ ਫਾਇਦਾ ਹੈ, ਇਹਦਾ ਮਨੋਰਥ ਕੀ ਹੈ, ਇਹ ਕੀ ਕਰਦੀ ਹੈ। ਇਹ ਜਨਮ ਤੋਂ ਲੈ ਕੇ ਮੌਤ ਤੱਕ ਜੀਵ ਨੂੰ ਉਸ ਮਾਲਕ ਪਰਮੇਸ਼ਰ ਦੀ ਜੋ ਬਖਸ਼ਿਸ਼ ਹੈ, ਜੋ ਦਾਤ ਹੈ, ਜੋ ਸੱਚ ਹੈ, ਉਹ ਪੂਰਾ ਜੀਵਨ ਦੱਸਦੀ ਹੈ ਵੀ ਇਹ ਮਨੁੱਖ ਤੇਰਾ ਜਿਹੜਾ ਜਨਮ ਹੈ ਇਹ ਕਿੱਥੋਂ ਹੋਇਆ, ਤੂੰ ਆਇਆ ਕਿੱਥੋਂ ਹੈ ਅਤੇ ਤੂੰ ਜਾਣਾ ਕਿੱਥੇ ਹੈ। ਦੁਨੀਆ ਦੇ ਵੱਡੇ ਵੱਡੇ ਸਕੂਲ, ਫਲਾਸਫਰ, ਵਿਦਵਾਨ, ਸਾਇੰਟਿਸਟ ਇਹ ਗੱਲ ਦੱਸ ਨਹੀਂ ਸਕਦੇ ਮਨੁੱਖ ਆਇਆ ਕਿੱਥੋਂ ਹੈ ਅਤੇ ਜਾਣਾ ਕਿੱਥੇ ਹੈ। ਇਹ ਵਿਸ਼ਾ ਧਰਮ ਦਾ ਵਿਸ਼ਾ ਹੈ ਅਤੇ ਸਤਿਗੁਰੂ ਗੁਰੂ ਕੀ ਬਾਣੀ ਵਿੱਚ ਸਾਨੂੰ ਜਨਮ ਅਤੇ ਮੌਤ ਬਾਰੇ ਬਹੁਤ ਕੁਝ ਮਿਲਦਾ ਹੈ। ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ, ਬਾਣੀ ਨੂੰ ਸੁਣਦੇ ਹਾਂ, ਗੁਰੂ ਕੀ ਬਾਣੀ ਦੀ ਵਿਚਾਰ ਕਰਦੇ ਹਾਂ ਅਤੇ ਸਤਿਗੁਰੂ ਮਹਾਰਾਜ ਜੀ ਮਨੁੱਖ ਦੀ ਅੱਖ ਖੋਲ੍ਹਦੇ ਆ। ਤੂੰ ਸੰਸਾਰ ਦੇ ਵਿੱਚ ਕੀ ਕਰਨ ਆਇਆ, ਤੈਨੂੰ ਭੇਜਿਆ ਕਿਹਨੇ ਹੈ, ਤੂੰ ਕੀ ਕਰਨਾ ਹੈ ਅਤੇ ਤੂੰ ਜਾਣਾ ਕਿੱਥੇ ਹੈ। ਹੁਣ ਅਸੀਂ ਭਾਈ ਸਾਹਿਬ ਜੀ ਨੇ ਬਹੁਤ ਸੋਹਣੇ ਬੋਲ ਸੁਧ ਰਹਿਰਾਸ ਸਾਹਿਬ ਜੀ ਦੀ ਆਪਾਂ ਪਾਵਨ ਬਾਣੀ ਪੜ੍ਹਦੇ ਹਾਂ। ਸਤਿਗੁਰੂ ਮਹਾਰਾਜ ਜੀ ਰੋਜ਼ਾਨਾ ਸਾਨੂੰ ਸਮਝਾਉਂਦੇ ਹੈ ਕਿ ਜੀਵਨ ਨੂੰ ਸਮਝ ਆ ਜਾਵੇ। ਅਤੇ ਮੈਂ ਫਿਰ ਬੇਨਤੀ ਕਰਾਂ, ਵਿਰਲਿਆਂ ਨੂੰ ਹੀ ਸਤਿਗੁਰੂ ਮਹਾਰਾਜ ਜੀ ਦੀ ਇਹ ਸਮਝ ਜਿਹੜੀ ਆਉਂਦੀ ਹੈ, ਇਹ ਵੀ ਉਹਦੀ ਕਿਰਪਾ ਹੋਵੇ ਤਾਂ। ਬਹੁਤ ਸੋਹਣੇ ਬੋਲ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਇਸ ਜੀਵਨ ਦੇ ਸਾਹਮਣੇ ਰੱਖੇ। ਜਿਹੜੇ ਰਹਿਰਾਸ ਸਾਹਿਬ ਸੋਧਰ ਦੀ ਬਾਣੀ ਨੂੰ ਪੜ੍ਹਦੇ ਨੇ ਉਹਨਾਂ ਨੂੰ ਯਾਦ ਹੋਵੇਗਾ। ਅਤੇ ਭਾਈ ਸਾਹਿਬ ਜੀ ਨੇ ਬੜੇ ਸੋਹਣੇ ਬੋਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਰਾਗ ਆਸਾ ਦੇ ਅੰਦਰ, ਭਈ ਪ੍ਰਾਪਤ ਬੜੀਆਂ ਪ੍ਰਾਪਤੀਆਂ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਕਿੰਨਾ ਕੁ ਸਮਾਂ, ਕੋਈ 50 ਸਾਲ 100 ਸਾਲ 200 500 ਕਿੰਨਾ ਕੋ ਪਤਾ ਨਹੀਂ ਹੈ। ਸਤਿਗੁਰੂ ਕਹਿੰਦੇ ਤੈਨੂੰ ਨਹੀਂ ਪਤਾ, ਮੈਂ ਦੱਸਦਾ ਹਾਂ, ਤੈਨੂੰ ਖੁਦ ਆਪਣੇ ਬਾਰੇ ਨਹੀਂ ਪਤਾ। ਇਹ ਗੁਰੂ ਬਾਬੇ ਨਾਨਕ ਦੀ ਵਡਿਆਈ ਹੈ, ਕਿਉਂਕਿ ਗੁਰੂ ਆਦਿ ਸੱਚ ਹੈ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਮੈਂ ਫਿਰ ਬੇਨਤੀ ਕਰਾਂ, ਗੁਰੂ ਦੀ ਕਹੀ ਹੋਈ ਗੱਲ, ਦੱਸੀ ਹੋਈ ਗੱਲ ਪੱਥਰ 'ਤੇ ਲਕੀਰ ਹੈ, ਉਹਨੂੰ ਕੋਈ ਮਿਟਾ ਨਹੀਂ ਸਕਦਾ, ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਉਹਨੂੰ ਕੋਈ ਝੂਠਾ ਸਾਬਤ ਨਹੀਂ ਕਰ ਸਕਦਾ। ਸਤਿਗੁਰੂ ਮਹਾਰਾਜ ਜੀ ਦੇ ਬਾਣੀ ਦੇ ਵਿੱਚ ਬੋਲ ਨੇ, ਮੈਂ ਫਿਰ ਆਪ ਜੀ ਦੇ ਸਾਹਮਣੇ ਬੇਨਤੀ ਰੱਖਾਂ, ਆਸਾ ਕੀ ਵਾਰ ਅਤੇ ਸੁਧ ਰਹਿਰਾਸ ਸਾਹਿਬ ਇਹ ਪ੍ਰਚਲਿਤ ਬਾਣੀਆਂ ਨੇ ਅਤੇ ਰੋਜ਼ਾਨਾ ਗੁਰੂ ਕਾ ਸਿੱਖ ਇਸ ਬਾਣੀ ਨਾਲ ਜੁੜਦਾ ਹੈ। ਸਵੇਰੇ ਅਤੇ ਸ਼ਾਮ ਨੂੰ ਬਹੁਤ ਸੋਹਣੇ ਸੌਖੇ ਬੋਲ ਸਾਡੇ ਕੰਨਾਂ ਵਿੱਚ ਰੋਜ਼ਾਨਾ ਪੈਂਦੇ ਆ, ਪਰ ਸਾਨੂੰ ਵਿਸਰ ਜਾਂਦੇ ਆ, ਸਾਨੂੰ ਪਤਾ ਨਹੀਂ ਲੱਗਦਾ ਉਹਦੀ ਵਿਆਖਿਆ ਦੇ ਵਿੱਚ ਇਹ ਛੁਪਿਆ ਹੋਇਆ ਹੈ ਤੱਤ। ਰਾਗ ਆਸਾ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਭਈ ਪ੍ਰਾਪਤ, ਪਹਿਲੀ ਗੱਲ ਮਨੁੱਖ ਬਹੁਤ ਲੰਮੇ ਸਮੇਂ ਤੋਂ ਬਾਅਦ, ਮੈਂ ਫਿਰ ਬੇਨਤੀ ਕਰਾਂ 100 200 500 1000 ਸਾਲ ਨਹੀਂ ਹੈ, ਬਹੁਤ ਲੰਮੇਰਾ ਸਮਾਂ ਹੈ, ਲੱਖਾਂ ਕਰੋੜਾਂ ਸਾਲ। ਕਿੰਨਾ ਕੁ ਸਮਾਂ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਦੇਖੋ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਤੈਨੂੰ ਕੀੜਿਆਂ ਮਕੌੜਿਆਂ ਦੇ ਵਿੱਚੋਂ ਲੰਘ ਗਏ। ਜੋ ਕੁਝ ਤੂੰ ਅੱਜ ਦੇਖਦਾ ਹੈ ਧਰਤੀ 'ਤੇ, ਕੀੜੇ ਮਕੌੜੇ ਇਹਨਾਂ ਦੇ ਵਿੱਚੋਂ ਤੂੰ ਆਇਆ ਹੈ ਪੈਂਡਾ ਤੈਅ ਕਰਕੇ। ਕਈ ਜਨਮ ਗਜ ਮੀਨ ਕੁਰੰਗਾ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਵੀ ਬਹੁਤ ਜੂਨਾਂ ਦੇ ਵਿੱਚੋਂ ਭਟਕ ਕੇ ਅਖੀਰ 'ਤੇ ਸਤਿਗੁਰੂ ਮਹਾਰਾਜ ਜੀ ਨੇ ਇਹ ਬਚਨ ਕਿ ਮਿਲ ਜਗਦੀਸ਼, ਤੂੰ ਉਸ ਜਗਤ ਦੇ ਈਸ਼ ਨੂੰ, ਉਸ ਮਾਲਕ ਪਰਮੇਸ਼ਰ ਨੂੰ ਇਸ ਧਰਤੀ 'ਤੇ ਮਿਲਣ ਵਾਸਤੇ ਆਇਆ ਹਾਂ। ਇਹ ਰਾਹ ਜਿਹੜਾ ਏ ਇਹ ਉਸ ਸੱਚਖੰਡ ਵੱਲ ਜਾਂਦਾ ਹੈ ਅਤੇ ਮਿਲ ਸਿਰਫ ਤੂੰ ਸਕਦਾ ਹੈ, ਕਿਉਂਕਿ ਤੇਰੇ ਕੋਲ ਮਨੁੱਖਾ ਜਨਮ ਹੈ, ਮਨੁੱਖਾ ਜੂਨ ਹੈ, ਇਹਦੇ ਤੋਂ ਬਾਅਦ ਕੋਈ ਜੂਨ ਨਹੀਂ ਹੈ। ਹਾਂ, ਜੇਕਰ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਿਆ ਫਿਰ ਤੇਰੀ ਵਾਪਸੀ ਹੋ ਜਾਵੇਗੀ ਉਹਨਾਂ ਜੂਨਾਂ ਦੇ ਵਿੱਚੋਂ, ਜਿਸ ਨੂੰ ਗੁਰਬਾਣੀ ਦੇ ਵਿੱਚ ਕਿਹਾ 84 ਲੱਖ ਜੂਨ, ਜਿਨ੍ਹਾਂ ਜੂਨਾਂ ਦੇ ਵਿੱਚੋਂ ਤੂੰ ਨਿਕਲ ਕੇ ਆਇਆ।
ਫਿਰ ਦੁਬਾਰਾ ਤੇਰਾ ਜਨਮ ਉਹਨਾਂ ਜੂਨਾਂ ਦੇ ਵਿੱਚ ਹੋ ਜਾਵੇਗਾ। ਸਿਰਫ ਤੇਰੇ ਕੋਲ ਇਹੋ ਅਵਸਰ ਹੈ, ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ, ਇਹੋ ਤੇਰੀ ਵਾਰੀ ਹੈ, ਇਹੋ ਤੇਰੇ ਕੋਲ ਸਮਾਂ ਹੈ। ਕਿਉਂਕਿ ਤੇਰੇ ਕੋਲ ਦਿਮਾਗ ਹੈ, ਤੇਰੇ ਕੋਲ ਸੋਚ ਹੈ, ਸਮਝ ਹੈ। ਇਹ ਚੀਜ਼ਾਂ ਜਿਹੜੀਆਂ ਨੇ ਬਾਕੀ ਜੂਨਾਂ ਦੇ ਵਿੱਚ ਨਹੀਂ ਆ। ਕਈ ਵਾਰ ਅਸੀਂ ਭੁਲੇਖਾ ਖਾ ਜਾਂਦੇ ਹਾਂ, ਨਹੀਂ, ਜੋ ਕੁਝ ਆਪਾਂ ਪੰਛੀਆਂ ਨੂੰ, ਜਾਨਵਰਾਂ ਨੂੰ ਸਿਖਾਉਂਦੇ ਹਾਂ, ਉਹਨਾਂ ਕੋਲ ਕੁਝ ਉਹ ਸਿੱਖਦੇ ਨੇ। ਅਤੇ ਸਿਖਾ ਕੌਣ ਰਿਹਾ ਹੈ? ਮਨੁੱਖ। ਅਤੇ ਮਨੁੱਖ ਨੂੰ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਤੂੰ ਸਰਦਾਰ ਹੈ ਇਸ ਧਰਤੀ ਦਾ, ਤੂੰ ਮਾਲਕ ਹੈ, ਤੂੰ ਪਸ਼ੂ ਨਾ ਬਣ। ਜੇਕਰ ਤੂੰ ਪਸ਼ੂ ਬਣ ਗਿਆ, ਕਰਤੂਤ ਪਸ਼ੂ ਕੀ। ਸੁਖਮਣੀ ਸਾਹਿਬ। ਮਾਨਸ ਜਾਤ, ਬੇਸ਼ੱਕ ਤੇਰਾ ਜਿਹੜਾ ਜਨਮ ਮਨੁੱਖ ਵਾਲਾ ਹੈ, ਪਰ ਜਿਹੜੇ ਤੇਰੇ ਕੰਮ ਨੇ, ਕਿਉਂਕਿ ਕੰਮਾਂ ਤੋਂ ਪਛਾਣ ਹੈ। ਜਪਜੀ ਸਾਹਿਬ, ਧੰਨ ਗੁਰੂ ਨਾਨਕ ਮਹਾਰਾਜ ਜੀ। ਸਰੀਰ ਤਾਂ ਇੱਥੇ ਆ, ਸਰੀਰ ਦਾ ਲੇਖਾ ਜੋਖਾ ਨਹੀਂ ਹੈ, ਲੇਖਾ ਜੋਖਾ ਹੈ ਮਨ ਦਾ। ਬਾਣੀ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਬਹੁਤੀਆਂ ਥਾਵਾਂ 'ਤੇ ਮਨ ਨੂੰ ਸਮਝਾਇਆ ਹੈ। ਮਨ ਨੂੰ ਤਾੜਨਾ ਕੀਤੀ ਹੈ, ਮਨ ਨੂੰ ਟਾਰਗੇਟ ਕੀਤਾ, ਕਿਉਂਕਿ ਮਨ ਹੀ ਜਿਹੜਾ ਹੈ ਇਹ ਜਨਮਾਂ ਦੇ ਵਿੱਚ ਤੁਰਦਾ ਫਿਰਦਾ ਰਹਿੰਦਾ ਹੈ। ਇਸ ਨੂੰ ਕਦੀ ਪਸ਼ੂ ਦਾ ਸਰੀਰ ਮਿਲ ਜਾਂਦਾ, ਕਦੀ ਪੰਛੀ ਦਾ, ਕਦੀ ਬਨਸਪਤੀ ਦਾ, ਕਦੀ ਮਨੁੱਖ ਦਾ। ਮਨ ਉਹੋ ਹੀ ਹੈ, ਚਲਾਏਮਾਨ ਹੈ। ਅਤੇ ਸਤਿਗੁਰੂ ਮਹਾਰਾਜ ਜੀ ਜਦੋਂ ਸੁਧ ਰਹਿ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ, ਕਹਿੰਦੇ ਬਹੁਤ ਲੰਮੇ ਸਮੇਂ ਤੋਂ ਬਾਅਦ ਭਈ ਪ੍ਰਾਪਤ ਮਨੁੱਖ ਦੇਹੁਰੀਆ। ਇਹ ਦੇਹ, ਇਹ ਸਰੀਰ ਤੈਨੂੰ ਮਿਲਿਆ ਹੈ, ਅਤੇ ਤੂੰ ਇਸ ਦੇਹੀ ਨਾਲ ਕੀ ਕਰ, ਗੋਬਿੰਦ ਮਿਲਣਾ, ਇਕੱਲਾ ਇੱਕ ਦੂਜੇ ਨੂੰ ਨਾ ਮਿਲੀ ਜਾ। ਇਹਦੇ ਵਿੱਚ ਵਿਛੋੜਾ ਹੈ, ਦੁੱਖ ਹੈ, ਮੋਹ ਹੈ। ਪਰਮਾਤਮਾ ਨੂੰ ਮਿਲਣ ਦੇ ਵਿੱਚ ਕੋਈ ਦੁੱਖ ਨਹੀਂ ਹੈ, ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ। ਜਦੋਂ ਮਨੁੱਖ ਨੂੰ ਮਿਲਦਾ ਹੈ, ਇਹ ਆਪਣੇ ਦੁੱਖ ਸਾਂਝੇ ਕਰਦਾ। ਇਹ ਦੁੱਖ ਦੱਸਦਾ, ਸੁੱਖ ਨਹੀਂ ਦੱਸਦਾ। ਜ਼ਿਆਦਾਤਰ ਇਹਦੇ ਕੋਲ ਸੁੱਖ ਨੇ ਪਰ ਬਹੁਤ ਘੱਟ ਨੇ, ਪਰ ਇਹ ਦੁੱਖ ਦੂਜੇ ਦੇ ਸਾਹਮਣੇ ਲਾਉਂਦਾ ਵੀ ਮੇਰੇ ਜੀਵਨ ਵਿੱਚ ਬਹੁਤ ਦੁੱਖ ਹੈ, ਬਹੁਤ ਦੁੱਖ ਹੈ। ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਪਹਿਲਾਂ ਇਸ ਗੱਲ ਨੂੰ ਨਿਸ਼ਚੈ ਕਰ, ਪੱਕਾ ਕਰ, ਤੂੰ ਮੌਤ ਨੂੰ ਪੱਕਾ ਕਰ, ਕਿਉਂਕਿ ਇਸ ਨੇ ਇੱਕ ਨਾ ਇੱਕ ਦਿਨ ਤੇਰੇ ਸਰੀਰ 'ਤੇ ਵੀ ਆਉਣਾ। ਅੱਜ ਤੂੰ ਦੂਜਿਆਂ ਦੇ ਸਰੀਰ 'ਤੇ ਦੇਖਦਾ ਹੈ, ਤੂੰ ਕਹਿੰਦਾ ਬਹੁਤ ਵੱਡਾ ਦੁੱਖ ਹੈ, ਇਹ ਤੇਰੇ 'ਤੇ ਵੀ ਆਵੇਗਾ। ਸਤਿਗੁਰੂ ਨੇ ਕਿਹਾ, ਬਾ ਕਮਾਲ ਕੇਤਿਆਂ ਦੁੱਖ ਭੂਖ ਸੱਦ ਮਾਰ, ਇਹ ਪੇ ਦਾਤ। ਸਤਿਗੁਰੂ ਨੇ ਇਹਨੂੰ ਵੀ ਦਾਤ ਕਹਿ ਦਿੱਤਾ। ਕੀ ਕਰੋਗੇ? ਆਪਾਂ ਕਹਿੰਦੇ ਹਾਂ ਰੱਬ ਦਾ ਕਰੋਪ ਹੋ ਗਿਆ। ਇਹ ਰੱਬ ਨੇ ਚੰਗਾ ਨਹੀਂ ਕੀਤਾ। ਜਿੱਦਣ ਤੇਰਾ ਜਨਮ ਹੋਇਆ ਉਦਣ ਚੰਗਾ ਕੀਤਾ। ਇਹ ਤੇਰੀ ਵਸਤੂ ਤਾਂ ਹੈ ਹੀ ਨਹੀਂ ਹੈ, ਇਹ ਤਾਂ ਮਾਲਕ ਦੀ ਸੀ। ਜਿਸ ਕੀ ਵਸਤ ਤਿਸ ਆਗੇ ਰੱਖ, ਜਿਹਦੀ ਵਸਤ ਹੈ ਉਹਦੀ ਅੱਗੇ ਰੱਖ। ਰੱਬ ਕੀ ਆਗਿਆ ਮਾਨੈ ਮੱਥ। ਗੱਲ ਕੀ ਹੈ? ਗੱਲ ਹੈ ਹੁਕਮ ਮੰਨਣ ਦੀ। ਹੁਕਮ ਮੰਨਿਆ ਹੋਵੇ ਪ੍ਰਵਾਨ, ਉਦਣ ਪ੍ਰਵਾਨ ਹੋ ਜਾਵੇਗਾ ਜਿੱਦਣ ਉਹਦੇ ਹੁਕਮ ਦੀ ਸਮਝ ਲੱਗ ਗਈ। ਪਰ ਫਿਰ ਮੈਂ ਬੇਨਤੀ ਕਰਾਂ, 80 ਸਾਲ 100 ਸਾਲ ਦੇ ਮਨੁੱਖ ਵੀ ਜਿਹੜੇ ਆ ਸਰੀਰਾਂ ਦੇ ਵਿੱਚ, ਜਿਨ੍ਹਾਂ ਦੀ ਉਮਰ ਹੋ ਜਾਂਦੀ ਆ, ਉਹ ਮਾਲਕ ਦੇ ਹੁਕਮ ਨੂੰ ਸਮਝ ਹੀ ਨਹੀਂ ਸਕੇ ਵੀ ਉਹਦਾ ਹੁਕਮ ਕੀ ਆ। ਅਤੇ ਜਪਜੀ ਸਾਹਿਬ ਦੀ ਪਾਵਨ ਬਾਣੀ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਹਰ ਬੰਦਾ ਉਸ ਮਾਲਕ ਦੇ ਹੁਕਮ ਦੇ ਵਿੱਚ ਹੈ। ਕਈ ਵਾਰ ਬੰਦਾ ਕਹਿੰਦਾ ਨਾ, ਜਾ ਮੈਂ ਤੇਰਾ ਹੁਕਮ ਨਹੀਂ ਮੰਨਦਾ। ਸਤਿਗੁਰੂ ਕਹਿੰਦੇ, ਮੈਂ ਮਨਾ ਕੇ ਛੱਡੂ, ਤੂੰ ਹੁਕਮ ਦੇ ਵਿੱਚ ਹੈ। ਤੂੰ ਬੇਸ਼ੱਕ ਕਹੀ ਜਾ ਵੀ ਮੈਂ ਹੁਕਮ ਦੇ ਵਿੱਚ ਨਹੀਂ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨਾ। ਜਿਹੜੇ ਉਸ ਮਾਲਕ ਦੇ ਹੁਕਮ ਨੂੰ ਬੁੱਝ ਜਾਂਦੇ ਆ, ਬੁੱਝਣ ਦਾ ਅਰਥ ਕੀ ਹੈ? ਸਮਝਣਾ। ਅਤੇ ਸਮਝ ਵੇਖੋ, ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ ਸਿਖਾਈ ਆ, ਤੂੰ ਗੁਰੂ ਕੇ ਸਿੱਖਾ, ਗੁਰੂ ਦੇ ਕੋਲ ਆ ਕੇ ਸਮਝ ਮੰਗ, ਮਤ ਮੰਨ। ਮਤ ਜਿਹੜੀ ਮੰਗ ਤੇ ਸਹੀ। ਜੇਕਰ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਅੰਦਰ ਗੁਰਾ ਇੱਕ ਦੇ ਬੁਝਾਈ, ਸਮਝ ਮੈਨੂੰ ਇਹ ਸਮਝ ਬਖਸ਼, ਸਭਨਾ ਜੀਆਂ ਕਾ ਇੱਕ ਦਾਤਾ।
ਸੋ ਮੈਂ ਵਿਸਰ ਜੱਦਣ ਤੂੰ ਵਿਸਰ ਗਿਆ ਆਖਾਂ ਜੀਵਾਂ। ਨਾਲੋਂ ਨਾਲ ਸਵਾਲ ਦੇ ਜਵਾਬ, ਪਰ ਗੱਲ ਤਾਂ ਪੜ੍ਹਨ ਦੀ ਨਾ ਸਮਝਣ ਦੀ। ਉੱਥੋਂ ਤੱਕ ਆਪਾਂ ਆਉਂਦੇ ਨਹੀਂ। ਮਨੁੱਖ ਜ਼ਿਆਦਾ ਦੁਖੀ ਕਿਉਂ ਹੈ? ਦੁਨੀਆ ਦੀ ਪੜ੍ਹਾਈ ਮੈਂ ਅਕਸਰ ਬੇਨਤੀ ਕਰਦਾ, ਮਨੁੱਖ ਨੂੰ ਸੁਖੀ ਨਹੀਂ ਕਰ ਸਕਦੀ। ਕਿਉਂ? ਇਹਦੇ ਵਿੱਚ ਸੁੱਖ ਨਹੀਂ ਹੈ। ਸੁੱਖ ਕਿਹਦੇ ਕੋਲ ਹੈ? ਸਰਬ ਸੁੱਖਾਂ ਕਾ ਦਾਤਾ ਸਤਿਗੁਰ। ਫੇਰ ਵੀ ਮਨੁੱਖ ਅਨਪੜ੍ਹ ਬੰਦਾ ਨਹੀਂ, ਪੜ੍ਹਿਆ ਲਿਖਿਆ ਬੰਦਾ ਵੀ ਜਿਹੜਾ ਵੈ ਉਹ ਸੁੱਖਾਂ ਦੇ ਵਾਸਤੇ ਕਦੀ ਕਿਤੇ ਭਟਕਦਾ, ਕਦੀ ਕਿਸੇ ਦੇ ਕੋਲ ਜਾਂਦਾ, ਕਦੀ ਕਿਸੇ ਦੇ ਕੋਲ। ਅਜੇ ਤੱਕ ਉਹਨੂੰ ਪਤਾ ਹੀ ਨਹੀਂ ਲੱਗਾ ਵੀ ਸੁੱਖ ਹੈ ਕਿਹਦੇ ਕੋਲ, ਇਹ ਅਧਿਕਾਰ ਕਿਹਦੇ ਕੋਲ ਹੈ, ਇਹ ਸ਼ਕਤੀ ਕਿਹਦੇ ਕੋਲ। ਸਤਿਗੁਰੂ ਕਹਿੰਦੇ ਮਨੁੱਖ ਦੇ ਕੋਲ ਸੁੱਖ ਨਹੀਂ। ਇੱਕ ਗੱਲ ਪੱਕੀ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਪਾਵਨ ਬਾਣੀ, ਮਨੁੱਖ ਕੀ ਆ? ਸਤਿਗੁਰੂ ਇਹਦੇ ਕੋਲ ਕੀ ਹੈ? ਸਤਿਗੁਰੂ ਕਹਿੰਦੇ ਇਹ ਭਿਖਾਰੀ ਆ, ਇਹ ਮੰਗਤਾ ਜਗਤ ਭਿਖਾਰੀ ਫਿਰਤ ਹੈ। ਫਿਰ ਦਾਤਾ ਕਿਹੜਾ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਸਭ ਕੋ ਦਾਤਾ। ਜਿੱਦਣ ਮਨੁੱਖ ਦੀ ਇਹ ਗੱਲ ਸਮਝ ਵਿੱਚ ਆ ਗਏ, ਗੁਰਬਾਣੀ ਦੀ ਤੁਕ ਇੱਕ ਪੰਕਤੀ, ਉਹ ਕਦੀ ਵੀ ਮੜੀਆਂ ਮਸਾਣਿਆਂ ਵੱਲ, ਧਾਗੇ ਤਵੀਤਾਂ ਵੱਲ, ਜਿਹਨੂੰ ਕਹਿੰਦਾ ਇਹ ਬਹੁਤ ਸਿਆਣਾ। ਕੀ ਗੱਲ ਗੁਰੂ ਸਿਆਣਾ ਨਹੀਂ ਹੈ? ਜਿਹਨੂੰ ਗੁਰੂ ਨੇ ਕਿਹਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ। ਮੈਂ ਫੇਰ ਬੇਨਤੀ ਕਰਾਂ, ਕੱਲਾ ਇਸ ਧਰਤੀ ਤੇ ਮਨੁੱਖ ਦੀ ਰੱਖਿਆ ਨਹੀਂ ਕਰਦਾ, ਇਸ ਲੋਕ ਦੇ ਵਿੱਚ ਉਹ ਪਰਲੋਕ ਤੱਕ ਵੀ ਸਹਾਈ ਹੁੰਦਾ। ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ ਨਾਨਕ ਹਰ ਪ੍ਰਭ। ਜਿੱਦਣ ਤੂੰ ਮਿਲ ਗਿਆ ਬਸ ਤੇਰਾ ਮਿਲਣਾ ਹੀ ਉਹਨੂੰ ਮਿਲਣਾ ਹੈ। ਉਹ ਤਿਆਰ ਖੜਾ ਹੈ ਤੈਨੂੰ ਮਿਲਣ ਦੇ ਵਾਸਤੇ, ਪਰ ਤੇਰੀ ਤਿਆਰੀ ਕੋਈ ਨਹੀਂ ਹੈ। ਤੇ ਤਿਆਰੀ ਕਿੱਦਾਂ ਨਹੀਂ ਹੈ? ਵਧੀਆ ਵਧੀਆ ਕੱਪੜੇ ਪਾ ਕੇ, ਇੱਦਾਂ ਦੀ ਤਿਆਰੀ ਵੀ ਇਸ਼ਨਾਨ ਪਾਣ ਕਰਕੇ ਸੋਹਣਾ ਲੱਗਣ ਦੇ ਵਾਸਤੇ ਨਾ ਭਾਈ। ਉਹਦੀ ਤਿਆਰੀ ਬਾਣੀ ਤੇ ਬਾਣਾ। ਆਖੋ ਸਤਨਾਮ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾ ਕਮਾਲ ਬਚਨ ਹੈ, ਜਿਸ ਸਿੱਖ ਦੇ ਕੋਲ ਬਾਣਾ ਹੋਵੇਗਾ, ਕਿਉਂਕਿ ਬਾਣੀ ਨੇ ਬਾਣਾ ਪ੍ਰਗਟ ਕਰਨਾ। ਮੈਂ ਕਈ ਵਾਰ ਬੇਨਤੀ ਕਰਦਾ, ਕਈ ਬਾਣੀ ਨਹੀਂ ਪੜ੍ਹਦੇ, ਬਾਣਾ ਧਾਰਨ ਕਰ ਲੈਂਦੇ ਆ, ਫਿਰ ਉਹਨਾਂ ਦੇ ਕੋਲ ਰਹਿਤ ਵੈਤ ਨਹੀਂ ਰੱਖੀ ਜਾਂਦੀ। ਜ਼ਿਆਦਾਤਰ ਬਾਣੀ ਨੇ ਹੀ ਬਾਣੇ ਨੂੰ ਪ੍ਰਗਟ ਕਰਨਾ। 9 ਗੁਰੂ ਸਾਹਿਬਾਨਾਂ ਤੱਕ ਬਾਣੀ ਦਾ ਪ੍ਰਚਾਰ ਹੋਇਆ, 10 ਗੁਰੂ ਸਾਹਿਬਾਨਾਂ ਤੱਕ। 10ਵੇਂ ਗੁਰੂ ਨੇ ਬਾਣੀ ਦੇ ਵਿੱਚੋਂ ਬਾਣੀ ਨੂੰ ਪ੍ਰਗਟ ਕੀਤਾ। ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਆ, ਉਹ ਇਸ ਗੱਲ ਨੂੰ ਸਮਝ ਜਾਂਦੇ ਆ, ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਉਹ ਕਾਹਦੇ ਨਾਲ ਹੁੰਦਾ? ਬਾਣੀ ਨੂੰ ਪੜ੍ਹ ਕੇ। ਬਾਣੀ ਨੂੰ ਪੜ੍ਹ ਕੇ ਹੀ ਬਾਣਾ ਪ੍ਰਗਟ ਹੁੰਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਸਿੱਖ ਉਹ ਸਰੀਰਕ ਤੌਰ 'ਤੇ ਤਾਂ ਬੇਸ਼ੱਕ ਦੁਨੀਆ ਦੇ ਵਿੱਚ ਨਾ ਹੋਵੇ, ਪਰ ਬਾਣੇ ਦੇ ਤੌਰ 'ਤੇ ਜਿਹਦੇ ਅੰਮ੍ਰਿਤ ਛਕਿਆ ਹੈ ਉਹ ਮੇਰਾ ਸਿੱਖ ਹੈ, ਉਹ ਮੇਰਾ ਅਸਲ ਦੇ ਵਿੱਚ ਖਾਲਸਾ। ਤੇ ਖਾਲਸਾ ਕਦੀ ਨਹੀਂ ਮਰਦਾ, ਉਹ ਅਮਰ ਹੈ, ਉਹ ਅਮਰ ਹੈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, ਤੂੰ ਇਸ ਜਨਮ ਦੇ ਵਿੱਚ ਕੋਸ਼ਿਸ਼ ਕਰ ਵੱਧ ਤੋਂ ਵੱਧ ਮਾਲਕ ਨੂੰ ਮਿਲ ਮੱਥਾ ਟੇਕ। ਕਈ ਮਨੁੱਖ ਮਾਫ ਕਰਨਾ, ਸੰਗਰਾਂਦ ਵਾਲੇ ਦਿਨ, ਮੱਸਿਆ ਵਾਲੇ, ਪੁੰਨਿਆਂ ਵਾਲੇ ਦਿਨ ਕਹਿੰਦੇ ਉਦਣ ਗੁਰਦੁਆਰੇ ਜਾਵਾਂਗੇ, ਪਰ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਵੀ ਨਾ ਭਾਈ, ਇੱਥੇ ਕੋਈ ਛੁੱਟੀ ਨਹੀਂ ਹੈ, ਇੱਥੇ ਕੋਈ ਸਿਫਾਰਿਸ਼ ਨਹੀਂ ਹੈ। ਤੂੰ ਸਾਹ ਲੈਣਾ ਨਾ, ਹਰੇਕ ਸਾਹ 'ਤੇ ਉਹਨੂੰ ਯਾਦ ਕਰ। ਸਾਸ ਸਾਸ ਸਿਮਰੋ। ਪੁੱਛੋ ਤਾਂ ਅਸੀਂ ਸਤਿਗੁਰੂ ਮਹਾਰਾਜ ਜੀ ਕੀ ਕਹਿੰਦੇ ਨੇ? ਅਸੀਂ ਤਾਂ ਆਪਣੀਆਂ ਮਨ ਦੀਆਂ ਬਣਾਈਆਂ ਹੋਈਆਂ ਗੱਲਾਂ ਦੇ ਵਿੱਚ, ਸੋਚਾਂ ਦੇ ਵਿੱਚ ਇਹ ਸਾਰੀ ਉਮਰ ਲਗਾ ਦਿੰਦੇ ਹਾਂ। ਆਪਣੀ ਮਰਜ਼ੀ ਦੇ ਨਾਲ ਹੀ ਆਪਾਂ ਗੁਰਦੁਆਰੇ ਜਾਂਦੇ ਹਾਂ, ਜੋ ਵੀ ਕਰਮ ਕਰਦੇ ਹਾਂ। ਸਤਿਗੁਰੂ ਕਿਹਾ ਵੀ ਨਹੀਂ, ਇੱਦਾਂ ਨਹੀਂ ਗੁਰੂ ਮਿਲਦਾ। ਇੱਦਾਂ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਹੀਂ ਹੁੰਦੇ। ਉਹਦੀ ਗੱਲ ਨੂੰ ਮੰਨ ਲੈਣਾ, ਸਮਝ ਲੈਣਾ, ਜੀਵਨ ਦੇ ਵਿੱਚ ਕਮਾ ਲੈਣਾ। ਜਿੰਨੀ ਨਾਮ ਤੇ ਆਇਆ ਗੇ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਛੁੱਟੀ ਉਹਨਾਂ ਦੀ ਹੋਣੀ ਹੈ। ਛੁੱਟੀ ਤੋਂ ਭਾਵ ਕੀ ਆ? ਇਹ ਜੀਵਨ ਮੁਕਤ ਹੋ ਜਾਣਾ, ਦੁਬਾਰਾ ਜਨਮ ਨਾ ਹੋਣਾ। ਕਈ ਵਾਰ ਬੰਦੇ ਕਹਿ ਦਿੰਦੇ ਆ ਆਪੋ ਬਣਾਈਆਂ ਹੋਈਆਂ ਗੱਲਾਂ ਨੇ, ਚਲੋ ਅਗਲੇ ਜਨਮ ਦੇ ਵਿੱਚ ਪਰਮਾਤਮਾ ਦਾ ਨਾਮ ਜਪ ਲਵਾਂਗੇ, ਅਜੇ ਬਹੁਤ ਉਮਰ ਹੈ। ਸਤਿਗੁਰੂ ਕਹਿੰਦੇ ਅਗਲੇ ਸਾਹ ਦਾ ਤਾਂ ਪਤਾ ਹੀ ਨਹੀਂ, ਅਤੇ ਸੋਚਾਂ ਤੇਰੀਆਂ 50-100 ਸਾਲ ਦੀਆਂ।
ਇਹਦੇ ਨਾਲ ਵੱਡਾ ਮੂਰਖ ਕਿਹੜਾ ਏ? ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਆ ਸਿਰ। ਜਪਜੀ ਸਾਹਿਬ ਹਰ ਗੱਲ ਦਾ ਜਵਾਬ, ਹਰ ਭਰਮ ਦਾ, ਬਿਮਾਰੀ ਦਾ ਇਲਾਜ ਹੈ। ਪਰ ਮਨੁੱਖ ਦੀ ਜਦੋਂ ਆਪਣੀ ਮੱਤ ਗੁਰੂ ਤੋਂ ਉੱਪਰ ਹੋ ਜਾਂਦੀ ਹੈ ਨਾ ਵੀ ਮੈਂ ਬਹੁਤ ਸਿਆਣਾ, ਫਿਰ ਬੰਦਾ ਉੱਥੇ ਠੇਡੇ ਖਾਂਦਾ, ਫਿਰ ਧੱਕਾ। ਸਤਿਗੁਰੂ ਕਹਿੰਦੇ ਇੱਥੇ ਦੁੱਖ ਹੈ, ਜਦੋਂ ਉਹਦੇ ਹੁਕਮ ਨੂੰ ਬੰਦਾ ਬੁੱਝਦਾ ਨਹੀਂ ਆ, ਸਮਝਦਾ ਨਹੀਂ ਆ ਗੁਰੂ ਕੀ ਕਹਿ ਰਿਹਾ, ਮੈਂ ਕੀ ਕਰ ਰਿਹਾ, ਫਿਰ ਇਹ ਭਰਮ ਦੇ ਵਿੱਚ, ਭਟਕਣਾ ਦੇ ਵਿੱਚ ਹੀ ਸਾਰੀ ਉਮਰ ਬਤੀਤ ਕਰਦਾ। ਇਹਨੂੰ ਸਮਝ ਨਹੀਂ ਆਉਂਦੀ। ਪਰ ਸਮਝ ਉਦਣ ਆਵੇਗੀ ਜਿੱਦਣ ਇਸ ਨੇ ਵਿਚਾਰਨਾ ਸ਼ੁਰੂ ਕਰ ਦਿੱਤਾ, ਮੌਤ ਬਾਰੇ ਮੇਰਾ ਗੁਰੂ ਕੀ ਕਹਿੰਦਾ, ਜੀਵਨ ਬਾਰੇ ਮੇਰਾ ਗੁਰੂ ਕੀ ਕਹਿੰਦਾ, ਗੁਰੂ ਦਾ ਹੁਕਮ ਕੀ ਆ। ਰਾਗ ਗੌੜੀ ਦੇ ਵਿੱਚ ਇਹ ਵਚਨ ਹੈ। ਸਿੱਖ ਪੁੱਛੇ ਸਤਿਗੁਰੂ ਮਹਾਰਾਜ ਜੀ, ਆਹ ਜਿਹੜਾ ਦੁਨੀਆ ਵਾਲਾ ਜੀਵਨ ਆਪਾਂ ਜੀਉ ਰਹੇ ਹਾਂ, ਇਹਦੇ ਨਾਲ ਤੈਨੂੰ ਮਿਲ ਸਕਦੇ ਆ? ਆ ਜਿੰਨੇ ਵੀ ਰੀਤੀ ਰਿਵਾਜ ਆ ਇੱਕ ਦੂਜੇ ਲੋਕਾਚਾਰੀ ਕਰਦੇ ਹਾਂ, ਇਹ ਤੈਨੂੰ ਚੰਗੀਆਂ ਨੇ? ਸਤਿਗੁਰੂ ਕਹਿੰਦੇ ਨਹੀਂ, ਸ਼ਗਨ ਅਪਸ਼ਗਨ ਤਿਸ ਕੋ ਲੱਗਾ ਜਿਸ ਚੀਤ ਨਾ ਆਵੇ। ਇਹ ਤਾਂ ਸਿੱਖ ਦੇ ਚਿੱਤ ਵਿੱਚ ਨਹੀਂ ਆਉਣੇ ਚਾਹੀਦੇ। ਚਿੱਤ ਦੇ ਵਿੱਚ, ਇਹਦੇ ਮਨ ਦੇ ਵਿੱਚ, ਇਹਦੀ ਸੋਚ ਦੇ ਵਿੱਚ, ਇਹਦੀ ਸਮਝ ਦੇ ਵਿੱਚ ਸਿਰਫ ਗੁਰੂ ਹੋਵੇ, ਇਹਦਾ ਨਿਸ਼ਾਨਾ ਗੁਰੂ ਹੋਵੇ। ਤੇ ਮਿਲਣ ਦੀ ਗੱਲ ਮੈਂ ਫਿਰ ਬੇਨਤੀ ਕਰਾਂ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ। ਸਤਿਗੁਰੂ ਕਹਿੰਦੇ ਸਿਰਫ ਇਹੋ ਵਾਰੀ ਆ, ਤੇ ਤੂੰ ਆਪਣੀਆਂ ਸੋਚਾਂ ਬਣਾਈ ਰੱਖਦਾ ਸਾਰੀ ਉਮਰ, ਤੇ ਦੂਜਿਆਂ ਦੀਆਂ ਗੱਲਾਂ ਦੇ ਵਿਸ਼ਵਾਸ, ਚਲੋ ਇਸ ਜਨਮ ਦੇ ਵਿੱਚ ਨਹੀਂ ਤੇ ਅਗਲੇ ਜਨਮ ਵਿੱਚ। ਸਤਿਗੁਰੂ ਕਹਿੰਦੇ ਇੱਥੇ ਤਾਂ ਮਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ। ਗੁਰੂ ਦਾ ਗਰੰਟੀ ਨਹੀਂ ਭਰਦਾ, ਤੇ ਤੂੰ ਲੰਮੀਆਂ ਆਸਾਂ, ਜੁਗ ਜੁਗ ਵਾਸ਼ਨਾ ਵੱਧਦਾ ਜਾਵੇ। ਵਾਸ਼ਨਾ ਦੇ ਵਿੱਚ ਸਾਰੀ ਉਮਰ ਮਨੁੱਖ ਬਤੀਤ ਕਰਦਾ, ਤੇ ਇਹਦੇ ਵਿੱਚ ਫਿਰ ਅਗਲਾ ਇਹਦਾ ਜਨਮ ਹੋ ਜਾਂਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਧੰਨ ਗੁਰੂ ਕੀ ਬਾਣੀ ਸੱਚ ਦੁਨੀਆ ਦੇ ਸਾਹਮਣੇ ਰੱਖਦੀ ਆ। ਮਨੁੱਖ ਚਾਹੇ ਤੂੰ ਮੰਨੇ ਚਾਹੇ ਨਾ ਮੰਨੇ, ਪਰ ਹੈ ਸੱਚ। ਤੇਰੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ ਏ, ਤੂੰ ਦੇਖ ਵੀ ਰਿਹਾ ਏ, ਪਰ ਤੂੰ ਸੱਚ ਨੂੰ ਫੇਰ ਵੀ ਮੰਨ ਨਹੀਂ ਰਿਹਾ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ, ਅਸੀਸੜੀਆਂ ਜੋ ਹੋਵੈ ਸਾਹਿਬ ਸਿਉ। ਅਰਦਾਸ ਕਰ ਗੁਰੂ ਦੀ ਅਸੀਸ ਲੈ, ਅਰਦਾਸ ਕਰ ਮਾਲਕ ਦੇ ਚਰਨਾਂ ਦੇ ਵਿੱਚ, ਦੋਏ ਘਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਤੂੰ ਠਾਕਰ ਤੁਮ ਪੈ ਅਰਦਾਸ। ਜੀਓ ਪਿੰਡ, ਆ ਜੀਓ ਜਿੰਦ, ਆ ਸਰੀਰ ਜਿਹੜਾ ਤੂੰ ਦਿੱਤਾ ਏ, ਜਿਹਦੇ ਨਾਲ ਮਨੁੱਖ ਚੱਲਦਾ। ਮੈਂ ਅਕਸਰ ਬੇਨਤੀ ਕਰਦਾ, ਗੁਰੂ ਦੇ ਕੋਲੋਂ ਤੰਦਰੁਸਤੀ ਮੰਗਿਆ ਕਰੋ, ਮਾਇਆ ਨਾ ਇਕੱਲੀ ਮੰਗਿਆ ਕਰੋ। ਦੇਖੋ ਜਿੱਦਾਂ ਦਾ ਸਮਾਂ ਚੱਲ ਰਿਹਾ ਹੈ, ਜਿਨ੍ਹਾਂ ਦੇ ਕੋਲ ਬਹੁਤ ਮਾਇਆ, ਤੰਦਰੁਸਤੀ ਨਹੀਂ ਹੈ, ਮਾਇਆ ਕਿਸੇ ਅਰਥ ਆਈ ਕੰਮ ਆਈ, ਸਾਰਿਆਂ ਨਾਲੋਂ ਵੱਡੀ ਤੰਦਰੁਸਤੀ ਹੈ। ਫਿਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਸਤਿਗੁਰੂ ਕਹਿੰਦੇ ਨੇ ਬਿਮਾਰੀਆਂ ਨੇ ਆਪਣੇ ਸਰੀਰ ਨੂੰ ਹਰ ਮੰਦਰ ਹਰ ਜੀਉ ਸਾਜਿਆ। ਸਤਿਗੁਰੂ ਕਹਿੰਦੇ ਨੇ ਇਹ ਹਰੀ ਦਾ ਮੰਦਰ ਹੈ। ਇਹ ਜਿਹੜਾ ਸਰੀਰ ਹੈ ਨਾ, ਬਹੁਤ ਇਹਦੀ ਕੀਮਤ ਹੈ। ਕਈ ਵਾਰ ਬੰਦਾ ਸੋਚਦਾ ਵੀ ਆਹ ਸਰੀਰ ਹੈ, ਕੀ ਹੈ ਮਿਲਦਾ, ਕੁਝ ਵੀ ਨਹੀਂ ਹੈ। ਪਰ ਦੇਖ ਜਿਨ੍ਹਾਂ ਦੇ ਕੋਲ ਸਰੀਰ ਦੇ ਪਾਰਟ ਨਹੀਂ ਆ, ਉਹਨਾਂ ਨੂੰ ਪੁੱਛ ਕੇ ਦੇਖ ਵੀ ਸਰੀਰ ਦੀ ਕੀਮਤ ਕਿੰਨੀ ਕੁ ਹੈ। ਜਦੋਂ ਮਨੁੱਖ ਬਿਮਾਰ ਹੋ ਜਾਂਦਾ, ਜਦੋਂ ਹੌਸਪੀਟਲਾਂ ਦੇ ਵਿੱਚ ਜਾਂਦਾ, ਦੇਖ ਕਿੰਨਾ ਖਰਚਾ, ਕਿੰਨਾ ਪੈਸਾ ਲੱਗਦਾ। ਸਤਿਗੁਰੂ ਕਹਿੰਦੇ ਇਹਦੀ ਕੀਮਤ ਹੀ ਨਹੀਂ ਹੈ, ਇਹਦੀ ਕੀਮਤ ਨਹੀਂ ਹੈ। ਪਰ ਦੁਨੀਆ ਨੇ ਰੱਖ ਲਈ। ਸਤਿਗੁਰੂ ਮਹਾਰਾਜ ਜੀ ਨੇ ਤੈਨੂੰ ਸਭ ਕੁਝ ਫ੍ਰੀ ਦੇ ਦਿੱਤਾ, ਤੇ ਇੱਕ ਸ਼ਰਤ ਲਾਈ, ਇਸ ਸਰੀਰ ਦੇ ਨਾਲ ਮਾਲਕ ਦਾ ਨਾਮ ਜਪ। ਮਿਲ ਮੇਰੇ ਗੋਬਿੰਦ ਜੀ ਆਪਣਾ ਨਾਮ ਦੇਹੋ, ਨਾਮ ਬਿਨਾ ਧ੍ਰਿਗ ਧ੍ਰਿਗ ਅਸਨੇਹ। ਆ ਜਿੰਨਾ ਵੀ ਸਨੇਹ ਆ, ਜੇਕਰ ਤੇਰੇ ਕੋਲ ਨਾਮ ਨਹੀਂ ਨਾ, ਸਤਿਗੁਰੂ ਕਹਿੰਦੇ ਇਹ ਫਿਟਕਾਰਯੋਗ ਹੈ, ਇਹ ਲਾਹਣਤਾ ਭਰਿਆ ਸਰੀਰ ਹੈ। ਜੇਕਰ ਤੇਰੇ ਕੋਲ ਬਾਣੀ ਨਹੀਂ ਆ, ਨਾਮ ਨਹੀਂ ਆ, ਸੇਵਾ ਨਹੀਂ ਆ, ਸਿਮਰ ਨਹੀਂ ਆ, ਇਹ ਕਮਾਈ ਆ। ਜਿੰਨੀ ਨਾਮ ਤੇ ਆਇਆ ਇਹ ਨਾਮ ਦੀ ਕਮਾਈ ਆ। ਤੇ ਗੁਰੂ ਨੇ ਇਹੋ ਪੁੱਛਣਾ ਤੇ ਇਹੋ ਨਾਲ ਜਾਣੀ ਆ। ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹੋ ਵਾਰੀ ਆ। ਇਸ ਵਾਰੀ ਦੇ ਵਿੱਚ ਉਹਨੂੰ ਮਿਲ ਜਾ। ਜੇਕਰ ਤੂੰ ਅਜੇ ਵੀ ਮਾਲਕ ਉਹਨੂੰ ਨਹੀਂ ਮਿਲਿਆ, ਇਸ ਪੌੜੀ ਤੇ ਜੋ ਨਰ ਚੁਕੈ ਸੋ ਆਏ ਜਾਏ
ਦੁੱਖ ਸੁੱਖ ਨਹੀਂ, ਦੁੱਖ ਇਹ ਪੌੜੀ ਹੈ। ਮੈਂ ਕਈ ਵਾਰ ਬੇਨਤੀ ਕਰਦਾ, ਪੌੜੀ ਦੇ 100 ਡੰਡੇ ਨੇ, 99 ਡੰਡੇ ਇਹ ਚੜ੍ਹ ਚੁੱਕਾ ਏ। ਅਖੀਰਲੀ ਪੌੜੀ ਇਹ ਮਨੁੱਖਾ ਜਨਮ ਦੀ ਹੈ। ਇਸ ਤੋਂ ਅੱਗੇ ਮਾਲਕ ਦਾ ਘਰ ਹੈ, ਸੱਚਖੰਡ ਵਸੈ ਨਿਰੰਕਾਰ। ਇਹ ਸੱਚ ਦਾ ਖੰਡ ਤੂੰ ਆਪਣੇ ਅੰਦਰ ਬਣਾਉਣਾ, ਬਾਹਰ ਜਿੰਨਾ ਮਰਜ਼ੀ ਲਿਖ ਕੇ ਲਾ ਲਾ। ਜਿੱਦਣ ਤੇਰੇ ਅੰਦਰ ਬਣ ਗਿਆ ਸੱਚ ਦਾ ਖੰਡ, ਫਿਰ ਤੈਨੂੰ ਪਤਾ ਲੱਗੇਗਾ, ਫਿਰ ਉਹ ਥਾਂ ਮਿਲੇਗੀ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਤੂੰ ਆਪਣੇ ਜਨਮ ਨੂੰ ਸਵਾਰਨ ਦੇ ਵਾਸਤੇ ਆਇਆ ਹੈ, ਵਿਗਾੜਨ ਦੇ ਵਾਸਤੇ ਨਹੀਂ। ਤੂੰ ਇਹਨੂੰ ਦੁਬਾਰਾ ਪਸ਼ੂ ਪੰਛੀ ਨਾ ਬਣਾ, ਜਾਨਵਰ ਨਾ ਬਣਾ। ਦੁਬਾਰਾ ਫਿਰ ਉਹਨਾਂ ਜੂਨਾਂ ਦੇ ਵਿੱਚ ਨਾ ਧੱਕ ਜਿਨ੍ਹਾਂ ਦੇ ਵਿੱਚੋਂ ਤੂੰ ਨਿਕਲ ਕੇ ਆਇਆ। ਤੂੰ ਬਹੁਤ ਅਰਦਾਸਾਂ ਕੀਤੀਆਂ ਮਾਲਕ ਦੇ ਚਰਨਾਂ ਦੇ ਵਿੱਚ, ਤੂੰ ਰੋਇਆ ਕੁਰਲਾਇਆ, ਤੈਨੂੰ ਇਹ ਫਿਰ ਜਾ ਕੇ ਮਨੁੱਖਾ ਜਨਮ ਪ੍ਰਾਪਤ ਹੋਇਆ। ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ। ਇਹ ਐਵੇਂ ਨਹੀਂ ਮਿਲ ਗਈ, ਇਹ ਦੁਨੀਆ ਦਾ ਸਬਜੈਕਟ ਨਹੀਂ ਹੈ। ਕਈ ਵਾਰ ਬੰਦਾ ਕਹਿੰਦਾ ਵੀ ਨਹੀਂ ਐਵੇਂ, ਸਤਿਗੁਰੂ ਕਹਿੰਦੇ ਐਵੇਂ ਨਹੀਂ ਹੈ। ਬਹੁਤ ਤਪੱਸਿਆ ਇਹਦੇ ਪਿੱਛੇ ਹੈ, ਬਹੁਤ ਲੰਮਾ ਸੰਘਰਸ਼ਮਈ ਹੈ। ਬਹੁਤ ਲੰਮੇ ਸਮੇਂ ਤੋਂ ਬਾਅਦ, ਕਈ ਜਨਮਾਂ ਤੋਂ ਬਾਅਦ ਇਹ ਮਨੁੱਖਾ ਜਨਮ ਤੈਨੂੰ ਇਹ ਪਰਮਾਤਮਾ ਦੀ ਮਹਾਨ ਦਾਤ ਹੈ, ਇਹ ਉਹਦੀ ਬਖਸ਼ਿਸ਼ ਹੈ। ਇਹਨੂੰ ਸਮਝਣ ਦਾ ਯਤਨ ਕਰ, ਇਹਨੂੰ ਸਾਂਭਣ ਦਾ ਯਤਨ ਕਰ। ਇਹਦੇ ਕੋਲ ਕੰਮ ਲੈ ਚੰਗੇ, ਤੇ ਚੰਗਾ ਕੰਮ ਕਿਹੜਾ? ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ। ਕਈ ਵਾਰ ਮਨੁੱਖ ਨੂੰ ਪਤਾ ਨਹੀਂ ਲੱਗਦਾ ਵੀ ਚੰਗਾ ਕੰਮ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਆ। ਦੁਨੀਆ ਵਿੱਚ ਰਹਿ ਕੇ ਲੋੜਵੰਦਾਂ ਦੀ, ਦੁਖੀਆਂ ਦੀ, ਬੇਸਹਾਰਿਆਂ ਦੀ ਮਦਦ ਕਰ, ਮਦਦ ਕਰ। ਇਹ ਸਿੱਖ ਦਾ ਪਹਿਲਾ ਤੇ ਮੁੱਢਲਾ ਫਰਜ਼ ਹੈ। ਤੇ ਮੈਂ ਬੇਨਤੀ ਕਰਾਂ ਵੀ ਸਿੱਖ ਜਿਹੜਾ ਹੈ ਗੁਰੂ ਦਾ, ਚਾਹੇ ਦੇਸ਼ਾਂ ਦੇ ਵਿੱਚ ਹੈ ਚਾਹੇ ਵਿਦੇਸ਼ਾਂ ਦੇ ਵਿੱਚ ਹੈ, ਜਿੱਥੇ ਵੀ ਹੈ, ਕਿਉਂਕਿ ਉਹਨੇ ਇਸ ਗੱਲ ਨੂੰ ਪੱਕਾ ਕਰਕੇ ਰੱਖਿਆ, ਮੇਰਾ ਗੁਰੂ ਕਹਿੰਦਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਉਹ ਆਪਣੇ ਸਰੀਰ ਦੀ ਆਸ ਨਹੀਂ ਰੱਖਦਾ, ਉਹ ਮੌਤ ਦੀ ਪਰਵਾਹ ਨਹੀਂ ਕਰਦਾ, ਸਿਰਫ ਉਹ ਗੁਰੂ ਦੀ ਪਰਵਾਹ ਕਰਦਾ ਵੀ ਮੇਰਾ ਗੁਰੂ ਕੀ ਕਹਿ ਰਿਹਾ। ਕਿਉਂਕਿ ਇਹ ਲੈਸਨ, ਇਹ ਸਬਜੈਕਟ ਜਿਹੜਾ ਇਹ ਸਤਿਗੁਰੂ ਮਹਾਰਾਜ ਜੀ ਨੇ ਸਰੀਰਕ ਜਾਮੇ ਦੇ ਵਿੱਚ ਹੀ ਸਿੱਖ ਨੂੰ ਬਖਸ਼ਿਸ਼ ਕਰ ਦਿੱਤਾ ਸੀ। ਜਦੋਂ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਆਪਾਂ ਸਮਾਂ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਹਾਂ, ਇਹਨਾਂ ਬਚਨਾਂ ਦੇ ਅਨੁਸਾਰ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਸਾਹਮਣੇ ਮੌਤ ਖੜੀ ਹੋਵੇ ਨਾ, ਵੱਡੇ ਤੋਂ ਵੱਡਾ ਸੂਰਮਾ ਉਹ ਕੰਬ ਜਾਂਦਾ, ਉਹ ਭੱਜ ਜਾਂਦਾ। ਜਦੋਂ ਬਾਬਰ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ ਤੇ ਕਰਦਾ ਕਰਦਾ ਐਮਨਾਬਾਦ ਦੀ ਧਰਤੀ 'ਤੇ ਪਹੁੰਚਿਆ, ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਉਹਦਾ ਸਾਹਮਣਾ ਕੀਤਾ। ਉਹ ਮੌਤ ਸੀ, ਜਿਹੜਾ ਵੀ ਉਹਦੇ ਸਾਹਮਣੇ ਆ ਜਾਂਦਾ ਉਹ ਨਹੀਂ ਸੀ ਬਖਸ਼ਦਾ, ਐਡਾ ਜ਼ਾਲਮ ਸੀ। ਪਰ ਬਾਬੇ ਨਾਨਕ ਦੀ ਕਮਾਈ ਇੰਨੀ ਸੀ, ਜਿਹੜਾ ਵੀ ਬਾਬਾ ਨਾਨਕ ਦੇ ਸਾਹਮਣੇ ਖੜ ਜਾਂਦਾ ਉਹ ਝੁਕ ਜਾਂਦਾ, ਨਿਉ ਜਾਂਦਾ। ਤੇ ਬਾਬੇ ਨਾਨਕ ਦੇ ਕੋਲ ਕੀ ਸੀ? ਕੋਈ ਜੰਤਰ ਮੰਤਰ ਤੰਤਰ ਸੀ? ਨਹੀਂ। ਕੋਈ ਫੂਕਾ ਮਾਰਦਾ ਸੀ? ਨਹੀਂ। ਬਾਬੇ ਨਾਨਕ ਦੇ ਕੋਲ ਸੀ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ। ਗੁਰਬਾਣੀ ਹੀ ਬਾਬੇ ਨਾਨਕ ਦਾ ਜੀਵਨ ਸੀ, ਆਸਰਾ ਸੀ। ਜੈਸੀ ਮੈਂ ਆਵੈ ਖਸਮ ਕੀ ਬਾਣੀ। ਪੁੱਛਿਆ ਲੋਕਾਂ ਨੇ, ਸੱਧਾਂ ਨੇ ਪੁੱਛਿਆ, ਬਾਬਾ ਨਾਨਕ ਤੇਰੇ ਕੋਲ ਕੀ ਆ? ਤੇਰੇ ਕੋਲ ਕਿਹੜੀ ਕਰਾਮਾਤ ਹੈ? ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਅਸੀਂ ਬੜੇ ਜਪ ਕੀਤੇ, ਤਪ ਕੀਤੇ, ਚਲੀਏ ਕੱਟੇ, ਕਦੀ ਕਿਸੇ ਨੂੰ ਮਨਾਇਆ, ਕਦੀ ਕਿਸੇ ਨੂੰ, ਬੜੇ ਗੁਰੂ ਧਾਰਨ ਕੀਤੇ। ਬਾਬਾ ਨਾਨਕ ਤੇਰੇ ਕੋਲ ਕਿਹੜੀ ਉਹ ਸਿੱਧੀ ਹੈ, ਕਿਹੜੀ ਕਰਾਮਾਤ ਹੈ ਜਿਹਦੇ ਨਾਲ ਤੂੰ ਸਾਰਿਆਂ ਨੂੰ ਆਪਣੇ ਵੱਸ ਦੇ ਵਿੱਚ ਕਰ ਲੈਣਾ, ਸਾਰੇ ਤੇਰੇ ਹੋ ਜਾਂਦੇ ਨੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਤੇਰੇ ਕੋਲ ਇਹੋ ਜਿਹੀ ਕਿਹੜੀ ਵਿਭੂਤੀ ਹੈ? ਸਤਿਗੁਰੂ ਨੇ ਕਿਹਾ ਮੇਰੇ ਕੋਲ ਬਾਣੀ ਹੈ। ਤੇ ਤੁਹਾਡੇ ਵਾਲਾ ਗੁਰੂ ਮੇਰੇ ਕੋਲ ਨਹੀਂ ਆ ਜਿਹੜਾ 50 ਸਾਲ 100 ਸਾਲ ਦੇ ਬਾਅਦ ਮਰ ਜਾਵੇ, ਨਹੀਂ। ਸਤਿਗੁਰੂ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਅਬਿਨਾਸ਼ੀ, ਜਿਹੜਾ ਕਦੀ ਵੀ ਨਾਸ਼ ਨਹੀਂ ਹੁੰਦਾ, ਜਿਹੜਾ ਕਦੀ ਵੀ ਕਿਤੇ ਨਹੀਂ ਜਾਂਦਾ।
ਐਸਾ ਗੁਰ ਵਡਭਾਗੀ ਪਾਇਆ, ਉਹ ਐਸਾ ਗੁਰੂ ਬੜੇ ਵੱਡੇ ਭਾਗ ਹੋਣ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਉਹ ਫਿਰ ਮਿਲਦਾ ਏ, ਤੂੰ ਇੱਕ ਕੰਮ ਕਰ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਤੂੰ ਉਸ ਮਾਲਕ ਦੀ ਸ਼ਬਦ ਰੂਪੀ ਚਰਨ ਆਪਣੇ ਹਿਰਦੇ ਦੇ ਵਿੱਚ ਵਸਾ ਲੈ। ਤੇ ਸਿੱਖ ਪੜ੍ਹਦਾ ਨਾ, ਜਦੋਂ ਅੰਮ੍ਰਿਤ ਵੇਲੇ ਗੁਰੂ ਦਾ ਪ੍ਰਕਾਸ਼ ਆਪਾਂ ਕਰਦੇ ਹਾਂ, ਗੁਰੂ ਪ੍ਰਕਾਸ਼ਮਾਨ ਹੈ 24 ਘੰਟੇ। ਇੱਕ ਮਰਿਆਦਾ ਹੈ, ਇੱਕ ਪਰੰਪਰਾ ਹੈ, ਸਤਿਗੁਰੂ ਮਹਾਰਾਜ ਜੀ ਵੱਲੋਂ ਇਹ ਨਿਸ਼ਚਿਤ ਕੀਤੀ ਹੋਈ। ਤੇ ਪ੍ਰਕਾਸ਼ ਤੋਂ ਪਹਿਲਾਂ ਆਪਾਂ ਜਦੋਂ ਇਹ ਸ਼ਬਦ ਪੜ੍ਹਦੇ ਹਾਂ, ਦਰਸ਼ਨ ਦੇਖ ਜੀਵਾਂ। ਮੈਂ ਫਿਰ ਬੇਨਤੀ ਕਰਨਾ, ਸਿੱਖ ਜਿਉਂਦਾ ਕਿੱਦਾਂ ਹੈ, ਉਹਦੇ ਜੀਵਨ ਦਾ ਕਾਰਨ ਕੀ ਹੈ, ਕਿਸ ਲਈ ਜਿਉਂਦਾ ਹੈ, ਮਨੋਰਥ ਕੀ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਜਦੋਂ ਤੇਰੇ ਦਰਸ਼ਨ ਨਾ ਹੋਣ, ਮੈਂ ਮਰਿਆ ਹੋਇਆ ਹਾਂ। ਜਿੰਨੇ ਚਿਰ ਤੱਕ ਤੇਰੇ ਦਰਸ਼ਨ ਨਾ ਹੋਣ, ਮੈਂ ਮਰਿਆ ਹਾਂ। ਜਦੋਂ ਤੇਰੇ ਦਰਸ਼ਨ ਹੋ ਜਾਣ, ਮੈਂ ਜਿਉਂਦਾ ਹਾਂ। ਮੈਂ ਸਮਝਦਾ ਹਾਂ ਤੇਰੀ ਬਾਣੀ ਤੇ ਇਹ ਬੋਲ। ਮੈਂ ਫਿਰ ਬੇਨਤੀ ਕਰਾਂ, ਆਖਾਂ ਜੀਵਾਂ ਵਿਸਰੈ ਮਰ ਜਾਵਾਂ। ਜੇਕਰ ਮੈਂ ਤੇਰੀ ਬਾਣੀ ਦੇ ਦਰਸ਼ਨ ਉਹ ਬੋਲ ਆਖਦਾ ਹਾਂ, ਫਿਰ ਤੇਰੇ ਕਹੇ ਦੇ ਅਨੁਸਾਰ ਮੈਂ ਜਿਉਂਦਾ ਹਾਂ। ਮੇਰੀ ਗਿਣਤੀ ਜਿਉਂਦਿਆਂ ਦੇ ਵਿੱਚ ਹੈ, ਨਹੀਂ ਤਾਂ ਜਿਉਂਦੇ, ਮੈਂ ਫਿਰ ਬੇਨਤੀ ਕਰਾਂ, ਜਿੱਥੇ ਇਕੱਲਾ ਮਨੁੱਖ ਨਹੀਂ ਦੁਨੀਆ 'ਤੇ ਜੀ ਰਿਹਾ, ਇਕੱਲਾ ਮਨੁੱਖ ਧਰਤੀ 'ਤੇ ਸਾਹ ਨਹੀਂ ਲੈ ਰਿਹਾ, ਇਕੱਲੇ ਸਾਹ ਮਨੁੱਖ ਨੂੰ ਨਹੀਂ ਦਿੱਤੇ। ਪਸ਼ੂ ਪੰਛੀ 84 ਲੱਖ ਜੀਵ, ਸਾਰਿਆਂ ਨੂੰ ਸਤਿਗੁਰੂ ਮਹਾਰਾਜ ਜੀ ਨੇ, ਅਕਾਲ ਪੁਰਖ ਵਾਹਿਗੁਰੂ ਨੇ ਸਾਹ ਦਿੱਤੇ ਆ, ਸਰੀਰ ਦਿੱਤੇ ਨੇ, ਅਲੱਗ-ਅਲੱਗ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿੰਨੇ ਉਹ ਪਾਈ। ਪਰ ਜਿਹੜਾ ਤੇਰਾ ਜਿਉਣਾ ਹੈ, ਇਹ ਪਸ਼ੂ ਵਾਲਾ ਨਾ ਹੋਵੇ, ਇਹ ਪੰਛੀਆਂ ਵਾਲਾ ਬਨਸਪਤੀ ਵਾਲਾ ਨਾ ਹੋਵੇ, ਇਹ ਮਨੁੱਖ ਵਾਲਾ ਹੋਵੇ, ਮਨੁੱਖ ਤੋਂ ਸਿੱਧਾ ਅਕਾਲ ਪੁਰਖ ਵਾਲਾ ਹੋਵੇ। ਤੂੰ ਅਗਾਂਹ ਨੂੰ ਜਾਣਾ, ਅਗਾਹਾਂ ਕੂ ਤਰਾਂਗ, ਪਿੱਛੇ ਫੇੜਨਾ ਮੋਢੜਾ। ਤੂੰ ਪਿੱਛੇ ਨਾ ਦੇਖ, ਜੇਕਰ ਤੂੰ ਪਿੱਛੇ ਵੇਖੇਗਾ ਫਿਰ ਪਿੱਛੇ ਰਹਿ ਜਾਵੇਂਗਾ। ਹੁਣ ਨਲਾਇਕ ਬੱਚੇ ਜਿਨ੍ਹਾਂ ਨੇ ਕੁਝ ਪੜ੍ਹਿਆ ਨਾ ਹੋਵੇ, ਉਹ ਉਦਾਹਰਨਾਂ ਦੇਣਗੇ, ਮੈਂ ਕੱਲਾ ਫੇਲ ਨਹੀਂ ਹੋਇਆ, ਬਾਕੀ ਵੇਖੋ ਮੇਰੇ ਕੱਲੇ ਦੇ ਨੰਬਰ ਘੱਟ ਨਹੀਂ ਆਏ, ਆ ਬਾਕੀਆਂ ਦੇ ਦੇਖੋ। ਨਹੀਂ, ਪਰ ਜਿਹੜਾ ਸਿਆਣਾ ਹੋਵੇਗਾ ਉਹ ਕਹਿੰਦਾ ਨਹੀਂ, ਅਗਾਹਾਂ ਕੋ ਤਰਾਂਗ, ਅਗਲੇ ਬੱਚੇ ਦੇ ਕਿੰਨੇ ਆ, ਕਿੰਨੇ ਪਾਸ ਹੋਏ, ਪਰਸੈਂਟੇਜ। ਸਤਿਗੁਰੂ ਕਹਿੰਦੇ ਪਿੱਛੇ ਨਾ ਦੇਖ, ਪਿੱਛੇ ਜੋ ਹੋ ਗਿਆ ਹੋ ਗਿਆ, ਆਗਿਆ ਸਮਝ ਚਲੋ ਆਨੰਦ ਲਾ ਲਾ, ਪਾਸ਼ਾ ਜੋ ਬੀਤੀ ਸੋ ਬੀਤੇ। ਪਿੱਛੇ ਜੋ ਬੀਤ ਗਈ ਛੱਡ ਦੇ, ਤੂੰ ਅਗਾਹਾਂ ਦੀ ਸੋਚ ਵੀ ਅੱਗੇ ਕੀ ਹੋਣਾ ਹੈ। ਤੇਰਾ ਟਾਰਗੇਟ ਜਿਹੜਾ ਅੱਗੇ ਆ, ਤੇ ਅੱਗੇ ਜਿਹੜਾ ਉਹ ਸਤਿਗੁਰੂ ਮਹਾਰਾਜ ਜੀ ਬੈਠੇ ਨੇ, ਤੂੰ ਉਸ ਨੂੰ ਮਿਲਣਾ ਹੈ। ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ। ਤੂੰ ਸਿਰਫ ਗੁਰੂ ਕੀ ਸੰਗਤ ਕਰਨੀ ਆ, ਗੁਰੂ ਕੀ ਬਾਣੀ ਨਾਲ ਜੁੜਨਾ, ਗੁਰੂ ਦਾ ਬਾਣਾ ਉਧਾਰਨ ਕਰਨਾ, ਗੁਰੂ ਦੀ ਰਹਿਤ ਬਹਿਤ ਅਨੁਸਾਰ ਜੀਵਨ ਬਤੀਤ ਕਰਨਾ। ਮੌਤ ਤੇਰੇ ਸਰੀਰ 'ਤੇ ਵੀ ਆਵੇਗੀ, ਪਰ ਦੂਜਿਆਂ ਵਾਂਗ ਨਹੀਂ। ਤੇਰੀ ਮੌਤ ਗੁਰੂ ਨੂੰ ਕਬੂਲ ਹੋਵੇਗੀ, ਪ੍ਰਵਾਨ ਹੋਵੇਗੀ, ਕਿਉਂਕਿ ਗੁਰੂ ਨੇ ਕਿਹਾ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ। ਇਹ ਦੋ ਗੱਲਾਂ ਛੱਡ ਕੇ ਤੂੰ ਜੇਕਰ ਗੁਰੂ ਦੇ ਕੋਲ ਆ ਜਾਵੇਗਾ ਤਾਂ ਆਓ ਹਮਾਰੇ ਪਾਸ। ਗੁਰੂ ਨੇ ਉਹਨੂੰ ਕਿਹਾ ਵੀ ਉਹ ਮਨੁੱਖ ਮੇਰੇ ਕੋਲ ਆਵੇ ਜਿਹਨੇ ਮੌਤ ਨੂੰ ਪ੍ਰਵਾਨ ਕਰ ਲਿਆ। ਤੇ ਮੈਂ ਬੇਨਤੀ ਕਰਾਂ, ਜਿਹੜਾ ਗੁਰੂ ਦਾ ਸਿੱਖ ਹੈ ਉਹਨੇ ਪ੍ਰਵਾਨ ਕੀਤਾ ਹੈ, ਉਹਨੇ ਪ੍ਰਵਾਨ ਕੀਤਾ ਹੈ, ਤੇ ਆਸ ਵੀ ਉਹਦੀ ਗੁਰੂ ਤੇ ਵੱਜੀ ਹੈ। ਤੇ ਬੜੇ ਸੋਹਣੇ ਬੋਲ ਸਤਿਗੁਰੂ ਮਹਾਰਾਜ ਜੀ ਦੇ ਬਾਣੀ ਦੇ ਵਿੱਚ, ਦੌਤ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਅਲੀ ਗਈ ਮੇਰੀ ਗਈ ਆ, ਇਹ ਰਾਹ ਹੈ, ਇਹ ਮਾਰਗ, ਇਹ ਰਾਹ ਪੈਰ ਧਰੀਆ, ਸਿਰ ਦੀਆ ਕਾਣ ਨਾ। ਵੱਡੇ ਵੱਡੇ ਸਿਆਣੇ ਬੰਦੇ ਬਾਣੀ ਬਾਣੇ ਕੀਤੇ ਨੇ, ਉਹ ਵੀ ਮਾਫ ਕਰਨਾ, ਕਈ ਵਾਰ ਥੜਕ ਜਾਂਦੇ ਆ। ਦੁੱਖ ਇੱਕ ਬਹੁਤ ਵੱਡਾ ਵਿਛੋੜਾ ਹੈ, ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਹਨੇ ਇਹਨੂੰ ਜਰ ਲਿਆ, ਤੇ ਜਰ ਵੀ ਮੈਂ ਬੇਨਤੀ ਕਰਾਂ, ਜਿਹਦੇ ਕੋਲ ਬਾਣੀ ਤੇ ਬਾਣਾ ਹੋ ਸਕਦਾ, ਆਮ ਵੱਡੇ ਤੋਂ ਵੱਡਾ ਧਨੀ ਬੰਦਾ, ਸੂਰਮਾ ਬੰਦਾ, ਯੋਧਾ ਵੀ ਹੋਵੇ ਨਾ, ਉਹ ਵੀ ਨਹੀਂ ਜਰ ਸਕਦਾ। ਗੁਰਬਾਣੀ ਮਨੁੱਖ ਨੂੰ
ਧਰਵਾਸ ਬਖਸ਼ਿਸ਼ ਕਰਦੀ ਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬੋਲ, ਜੇਕਰ ਤੇਰੇ ਜੀਵਨ ਵਿੱਚ ਚਿੰਤਾ ਆ ਗਈ, ਐਵੇਂ ਨਾ ਕਿਤੇ ਚਿੰਤਾ ਆਪਣੇ ਮਨ ਨੂੰ ਲਾਣੀ ਵੀ ਚਿੰਤਾ ਜਾਣੀ ਨਹੀਂ, ਜਾਂ ਦੂਸਰੀ ਦੀ ਗੱਲ ਮੰਨ ਕੇ ਕਈ ਵਾਰ ਮਨੁੱਖ ਚਿੰਤਾ ਦੇ ਵਿੱਚ ਪਾਗਲ ਹੋ ਜਾਂਦਾ ਹੈ, ਘਰ ਛੱਡ ਦਿੰਦਾ ਹੈ, ਸੰਸਾਰ ਛੱਡ ਦਿੰਦਾ ਹੈ। ਪਰ ਸਤਿਗੁਰੂ ਮਹਾਰਾਜ ਜੀ ਨੇ ਜਿੱਥੇ ਸੁੱਖ ਦੇ ਵਿੱਚ ਸਿੱਖ ਦੀ ਬਾਂਹ ਫੜੀ ਹੈ ਸੰਸਾਰ ਦੀ, ਉੱਥੇ ਦੁੱਖ ਦੇ ਵਿੱਚ ਵੀ ਸਤਿਗੁਰੂ ਕਹਿੰਦੇ ਨੇ ਮਾਲਕ ਦੀ ਬਾਂਹ ਨਾ ਛੱਡ, ਉਸ ਅਕਾਲ ਪੁਰਖ ਦੀ। ਚਿੰਤਾ ਤਾਂ ਕੀ ਕੀਜੀਐ, ਜੇਕਰ ਚਿੰਤਾ ਆ ਗਈ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ। ਸਤਿਗੁਰੂ ਕਹਿੰਦੇ ਇਹ ਤਾਂ ਸੰਸਾਰ ਦਾ ਮਾਰਗ ਹੈ, ਕੱਲੀ ਤੇਰੇ ਤੇ ਨਹੀਂ ਆਈ, ਤੇਰੇ ਤੋਂ ਪਹਿਲਾਂ ਵੀ ਤੇ ਤੇਰੇ ਤੋਂ ਬਾਅਦ ਵੀ ਇਹ ਤਾਂ ਸਾਰਿਆਂ ਤੇ ਆਵੇਗੀ। ਇਹ ਮਾਲਕ ਦਾ ਅਟਲ ਹੁਕਮ ਹੈ, ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ। ਉਸ ਮਾਲਕ ਦੀ ਖੇਡ ਨੂੰ, ਉਹਦੀ ਸ਼ਕਤੀ ਨੂੰ, ਉਹਦੇ ਭਾਣੇ ਨੂੰ, ਉਹਦੀ ਰਜਾ ਨੂੰ ਸਮਝ ਉਹ ਕਹਿਣਾ ਕੀ ਚਾਹੁੰਦਾ, ਉਹਦੇ ਅਨੁਸਾਰ ਚੱਲ। ਮਨ ਮੇਰੇ ਸਤਿਗੁਰ ਕੈ ਭਾਣਾ ਚੱਲ, ਨਿਜ ਘਰ ਵਸੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਤੂੰ ਨਿਜ ਘਰ ਦੇ ਵਿੱਚ ਵਸ। ਉਹ ਨਿਜ ਘਰ ਕਿਹੜਾ ਹੈ? ਉਹ ਤੇਰੇ ਅੰਦਰ ਹੈ। ਤੇ ਜਦੋਂ ਆਪਾਂ ਸੋਹਿਲਾ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ ਨਾ, ਸਤਿਗੁਰੂ ਮਹਾਰਾਜ ਜੀ ਦੇ ਇਹ ਬੋਲ ਦੇਖੋ, ਬੇਨਤੀਆਂ ਸਤਿਗੁਰੂ ਮਹਾਰਾਜ ਜੀ ਨੇ ਪਹਿਲਾਂ ਆਪ ਕੀਤੀਆਂ ਮਾਲਕ ਦੇ ਚਰਨਾਂ ਵਿੱਚ, ਤੇ ਬੇਨਤੀ ਦੇ ਵਿੱਚ ਤੂੰ ਕਹਿਣਾ ਕੀ ਆ, ਇਹ ਵੀ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਨਾਲੋਂ ਨਾਲ ਸਮਝਾਇਆ ਵੀ ਜਿਹੜੀ ਉਹਦੇ ਤੱਕ ਅਪੜ ਜਾਵੇ। ਆਪਣੀਆਂ ਗੱਲਾਂ ਨਹੀਂ, ਜਿਹੜੀਆਂ ਗੱਲਾਂ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਉਸ ਮਾਲਕ ਦੀਆਂ ਜਿਹੜੀਆਂ ਗੱਲਾਂ ਨੇ, ਉਹਦੀਆਂ ਜਿਹੜੀਆਂ ਬਾਤਾਂ ਨੇ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰੀ ਦੀਆਂ ਕਥਾਵਾਂ ਇੱਕ ਦੂਜੇ ਦੀ ਨਹੀਂ, ਇੱਕ ਦੂਜੇ ਦੀ ਸਿਫਤ ਸਲਾਹ ਨਹੀਂ, ਉਸ ਮਾਲਕ ਪਰਮੇਸ਼ਰ ਦੀ, ਜਿਹਨੂੰ ਉਹ ਬਖਸ਼ਦਾ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਉਹਦੇ ਨਾਲੋਂ ਵੱਡਾ ਤਾਂ ਹੈ ਕੋਈ ਨਹੀਂ ਹੈ। ਉਹਦੀ ਸਿਫਤ ਕਰ, ਦੁਨੀਆ ਨਾ ਸਲਾਹੇ ਜੋ ਮਰ ਵੰਝਸੀ। ਦੁਨੀਆ ਦੀ ਸਲਾਹ ਨਾ ਕਰ, ਦੁਨੀਆ ਨਾ ਸਲਾਹੇ ਜੋ ਮਰ ਵੰਝਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਇਹ ਤਾਂ ਮਿੱਟੀ ਦੇ ਢੇਰ ਹੋ ਜਾਣੇ ਆ ਜੇਕਰ ਲੋਕਾਂ ਦੀ ਸਲਾਹਤਾ ਕਰੇਗਾ। ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀਆ ਸੱਚਾ ਵੇਪਰ। ਉਸ ਮਾਲਕ ਦੀ ਸਿਫਤ ਕਰ। ਬਾਣੀ ਦੇ ਦੁਆਰਾ ਮੇਰਾ ਗੁਰੂ ਕਹਿੰਦਾ ਕੀ ਆ? ਮੇਰੇ ਗੁਰੂ ਦੇ ਬੋਲ ਕਿੱਡੇ ਕੁ ਵੱਡੇ ਨੇ। ਵੱਡੇ ਕੀਆਂ ਵਡਿਆਈਆਂ ਆਸਾ ਕੀ ਵਾਰ, ਉਹਦੀਆਂ ਵਡਿਆਈਆਂ ਕਰ ਜਿਹਦੀ ਵਡਿਆਈ ਮੁੱਕਦੀ ਨਹੀਂ ਹੈ, ਜਿਹਦੀ ਵਡਿਆਈ ਦੇ ਨਾਲ ਉਹ ਮਿਲਦਾ ਹੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ, ਸੋ ਕਰਤਾ ਕਾਦਰ ਕਰੀਮ, ਦੇ ਦਿੰਦਾ ਰਿਜ਼ਕ ਸੰਭਾਏ। ਮਨੁੱਖ ਕਿੰਨਿਆਂ ਨੂੰ ਰਜਾ ਦੇਵੇਗਾ, ਕਿੰਨਿਆਂ ਨੂੰ ਰੋਟੀ ਦੇ ਦੇਵੇਗਾ। ਉਹ ਤਾਂ ਪੱਥਰ ਦੇ ਵਿੱਚ ਕੀੜਾ ਹੁੰਦਾ ਨਾ, ਉਹਦੇ ਤੱਕ ਉਹ ਰੋਟੀ ਪਹੁੰਚਾ ਦਿੰਦਾ। ਆਖੋ ਸਤਿਨਾਮ। ਕਈ ਵਾਰ ਮਨੁੱਖ ਨੂੰ ਹੰਕਾਰ ਹੋ ਜਾਂਦਾ ਨਾ, ਮੈਂ ਫਲਾਣੇ ਬੰਦੇ ਮੈਂ ਉੱਥੇ ਪਹੁੰਚ ਗਿਆ। ਉੱਥੇ ਸਤਿਗੁਰੂ ਕਹਿੰਦੇ ਕਿੱਥੋਂ ਤੱਕ ਤੇਰੀ ਮਾਰ ਹੈ, ਕਿੱਥੋਂ ਤੱਕ ਪਹੁੰਚੇਗਾ। ਪਰ ਜਿਹੜੀ ਮਾਰ ਉਹ ਕਰਦਾ, ਜਿੱਥੋਂ ਤੱਕ ਉਹ ਪਹੁੰਚ ਜਾਂਦਾ, ਪੱਥਰ ਦੇ ਵਿੱਚੋਂ ਕੀੜਾ, ਜੇਕਰ ਉਹ ਜਿਉਂਦਾ ਹੈ, ਉਹਦਾ ਕੁਝ ਆਸਰਾ ਤਾਂ ਹੋਵੇਗਾ ਨਾ, ਹਵਾ ਪਾਣੀ। ਉਹ ਕਹਿੰਦੀ ਜਾ ਰਿਹਾ, ਕਿੱਧਰੋਂ ਜਾ ਰਿਹਾ ਹੈ, ਉਹਨੂੰ ਕੌਣ ਰਿਜ਼ਕ ਦੇ ਰਿਹਾ? ਸਿਰ ਸਿਰ ਰਿਜ਼ਕ ਸੰਭਾਹੇ ਠਾਕਰ, ਕਾਹੇ ਮਨ ਭਉ ਕਰਿਆ। ਸਤਿਗੁਰੂ ਕਹਿੰਦੇ ਨੇ ਚਿੰਤਾ ਨੂੰ ਚਿਤਾ ਨਾ ਬਣਾ, ਚਿੰਤਾ ਨੂੰ ਰੋਗ ਨਾ ਬਣਾ, ਨਹੀਂ ਤਾਂ ਸਰੀਰ ਤੇਰਾ ਸੜ ਕੇ ਸਵਾਹ ਹੋ ਜਾਵੇਗਾ। ਤੂੰ ਚਿੰਤਾ ਦੇ ਵਿੱਚ ਹੀ ਰਹਿ ਜਾਵੇਂਗਾ। ਇੱਕ ਗੱਲ ਨੂੰ ਪੱਕੀ ਕਰਕੇ, ਚਿੰਤਾ ਆਉਂਦੀ ਹੈ ਚਿੰਤਤ ਹੀ ਦੀਸੈ ਸਭ ਕੋ। ਸਾਰਾ ਸੰਸਾਰ ਦੁਖੀ ਹੈ। ਚਿੰਤਾ ਤਾਂ ਕੀ ਕੀਜੀਆ ਜੋ ਅਨਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ। ਕਿਸੇ ਨੇ ਨਹੀਂ ਰਹਿਣਾ। ਜੇਕਰ ਸਰੀਰ ਦਾ ਜਨਮ ਹੈ, ਜੋ ਜਨਮੈ ਸੋ ਜਾਨੋ ਮੂਆ।
ਜਿਹੜਾ ਵੀ ਧਰਤੀ 'ਤੇ ਆ ਗਿਆ ਇੱਕ ਨਾ ਇੱਕ ਦਿਨ ਉਹਨੇ ਜਾਣਾ ਹੈ, ਪਰ ਇਹਦਾ ਪਤਾ ਮਾਲਕ ਨੂੰ ਹੈ। ਮਨੁੱਖ ਦੇ ਆਈਡੀਏ ਨੇ। ਮੈਂ ਕਈ ਵਾਰ ਬੇਨਤੀ ਕਰਦਾ, ਜਨਮ ਤੇ ਮੌਤ ਦਾ ਮਨੁੱਖ ਦਾ ਆਈਡੀਆ ਹੈ, ਡਾਕਟਰ ਦਾ ਵੀ ਪੱਕਾ ਨਹੀਂ ਆ। ਪੱਕਾ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ। ਮਰਨ ਲਿਖਾਏ ਮੰਡਲ ਮੈਂ ਆਏ। ਜਦੋਂ ਜਨਮ ਹੁੰਦਾ ਨਾ, ਉਹ ਮੌਤ ਵੀ ਲਿਖ ਕੇ ਭੇਜ ਦਿੰਦਾ। ਮੌਤ ਪਹਿਲਾਂ ਲਿਖੀ ਜਾਂਦੀ ਹੈ। ਮਰਨ ਲਿਖਾਏ ਮੰਡਲ ਮੈਂ ਆਏ। ਮੌਤ ਲਿਖਾ ਕੇ ਹੀ, ਧੰਨ ਗੁਰੂ ਕੀ ਬਾਣੀ ਦੇ ਬੋਲ ਹੈ। ਕੋਈ ਬੰਦਾ, ਕੋਈ ਪੜ੍ਹਿਆ ਲਿਖਿਆ ਬੰਦਾ ਦੱਸ ਨਹੀਂ ਸਕਦਾ, ਕੋਈ ਸਕੈਨਿੰਗ ਨਹੀਂ ਦੱਸ ਸਕਦੀ, ਮਨੁੱਖ ਦੀਆਂ ਬਣਾਈਆਂ ਹੋਈਆਂ। ਇਹ ਸਿਆਣਾ ਸਿਰਫ ਅਕਾਲ ਪੁਰਖ ਗੁਰੂ ਕੀ ਬਾਣੀ। ਮਰਨ ਲਿਖਾਏ, ਸਤਿਗੁਰੂ ਕਹਿੰਦੇ ਨੇ ਮੌਤ ਤਾਂ ਪਹਿਲਾਂ ਲਿਖਾ ਕੇ ਆਇਆ, ਤੇ ਤੂੰ ਤੇ ਕਹਿੰਦਾ ਮੈਨੂੰ ਪਤਾ ਹੀ ਨਹੀਂ, ਅਜੇ ਮੈਂ ਹੋਰ ਜਿਉਣਾ, ਮੈਨੂੰ ਪਤਾ ਹੀ ਨਹੀਂ। ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ। ਇਸੇ ਲਈ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ। ਤੇਰੀਆਂ ਚਿੰਤਾ ਦਾ ਕਾਰਨ ਬਾਣੀ ਨੂੰ ਪੜ੍ਹਨਾ ਨਹੀਂ ਹੈ, ਗੁਰਦੁਆਰੇ ਆਉਣਾ ਨਹੀਂ ਹੈ, ਉਸ ਨੂੰ ਮੱਥਾ ਨਹੀਂ ਟੇਕਣਾ, ਉਹਨੂੰ ਗੁਰੂ ਨਹੀਂ ਮੰਨਣਾ, ਉਹਦੀ ਅਕਲ ਦੇ ਅੱਗੇ ਸਿਰ ਨਹੀਂ ਨਵਾਉਣਾ। ਇਹ ਹੈ ਤੇਰੀ ਚਿੰਤਾ ਦਾ ਕਾਰਨ, ਇਹ ਹੈ ਤੇਰੀ ਸਿਆਣਪ। ਪਰ ਜਿਹੜਾ ਸਭ ਕੁਝ ਛੱਡ ਸਿਆਣ ਕੇ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਜਾਂਦਾ ਹੈ, ਮੈਂ ਫੇਰ ਬੇਨਤੀ ਕਰਾਂ, ਤੇ ਸਤਿਗੁਰੂ ਮਹਾਰਾਜ ਜੀ ਦੇ ਕੋਲੋਂ ਸਮਝ ਬਚਦਾ ਹੈ। ਤੇ ਸਤਿਗੁਰੂ ਮਹਾਰਾਜ ਜੀ ਫਿਰ ਬਾਣੀ ਦੇ ਦੁਆਰਾ ਉਸ ਨੂੰ ਸਮਝਾਉਂਦੇ ਆ, ਇੱਕ ਇੱਕ ਗੱਲ ਜੀਵਨ ਦੀ ਕਹਾਣੀ, ਇੱਕ ਇੱਕ ਗੱਲ ਜੋ ਉਪਜਿਓ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕ ਅਰਥ ਕਰੋ। ਚਾਹੇ ਧਰਤੀ ਦੇ ਵਿੱਚ ਆਪਾਂ ਬੀਜ ਬੀਜਦੇ ਹਾਂ, ਵੱਢਦੇ ਹਾਂ ਨਾ, ਉਹਦਾ ਵੀ ਸਮਾਂ ਹੈ। ਜੋ ਉਪਜਿਓ, ਜਿਹੜੀ ਵੀ ਧਰਤੀ 'ਤੇ ਚੀਜ਼ ਪੈਦਾ ਹੋ ਗਈ, ਚਾਹੇ ਆਪਣੇ ਆਪ, ਚਾਹੇ ਮਨੁੱਖ ਨੇ ਕੀਤੀ ਆ, ਇਹ ਨਹੀਂ ਵੀ ਉਹ ਸਦਾ ਵਾਸਤੇ ਰਹਿਣੀ ਹੈ। ਸਦਾ ਵਾਸਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਨਾਮ ਹੈ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਜਿੱਦਣ ਤੂੰ ਇਸ ਵਿਸ਼ੇ ਨੂੰ ਖੋਜਣਾ ਸ਼ੁਰੂ ਕਰ ਦਿੱਤਾ, ਦੁੱਖ ਅਤੇ ਸੁੱਖ ਨੂੰ ਤੈਨੂੰ ਸਮਝ ਆ ਜਾਵੇਗੀ, ਤੈਨੂੰ ਸਮਝ ਆ ਜਾਵੇਗੀ। ਕਈ ਵਾਰ ਬੰਦਾ ਉਲਾਂਭਾ ਦੇ ਦਿੰਦਾ ਵੀ ਇਹ ਤਾਂ ਮੈਂ ਕੀਤਾ ਹੀ ਨਹੀਂ, ਇਹ ਤਾਂ ਪਤਾ ਹੀ ਨਹੀਂ ਸੀ, ਇਹ ਕਿੱਥੋਂ ਆ ਗਏ। ਪਰ ਜਿੱਦਣ ਬਾਣੀ ਦੇ ਅਨੁਸਾਰ, ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਇਹ ਸਵਾਲ ਦੇ ਜਵਾਬ ਸਾਨੂੰ ਮਿਲਣੇ ਸ਼ੁਰੂ ਹੋ ਗਏ, ਮਨੁੱਖ ਨੂੰ ਸਮਝ ਆ ਜਾਵੇਗੀ ਜੀਵਨ ਦੀ ਖੇਡ ਕਹਾਣੀ। ਤੇ ਰਾਗ ਗੋੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਚਨ ਹੈ। ਆਪਾਂ ਕੀਰਤਨ ਰੂਪ ਦੇ ਵਿੱਚ ਵੀ ਇਹ ਕਈ ਵਾਰ ਸਰਵਣ ਕਰਦੇ ਹਾਂ। ਗੁਰ ਸਤਿਗੁਰ ਕਾ ਜੋ ਸਿੱਖ ਅਕਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੈ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਦੁਨੀਆ ਵਾਲੀਆਂ ਪ੍ਰੀਤੀਆਂ ਜਿਸ ਨੂੰ ਕਹਿੰਦਾ ਤੂੰ ਇਹ ਸੱਚੀਆਂ ਨੇ। ਸਤਿਗੁਰੂ ਕਹਿੰਦੇ ਨਹੀਂ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਜਿੰਨੀਆਂ ਵੀ ਪਿਆਰ ਪ੍ਰੀਤਾਂ ਨੇ ਦੁਨੀਆ ਵਾਲਾ, ਇਹ ਸਾਰਾ ਝੂਠ ਹੈ। ਆਪਣੇ ਸੁੱਖ ਸਿਉ ਹੀ ਸਭ ਲਾਗੇ ਕਿਆ ਦਾਰਾ, ਕਿਆ ਮੀਤ ਕੀ ਇਸਤਰੀ ਕੀ ਮਿੱਤਰ ਕੀ ਪੁੱਤ। ਮੇਰੋ ਮੇਰੋ ਸਭੈ ਕਹਿਤ ਹੈ, ਹਿਤ ਸਿਓ ਬਾਂਧਿਓ ਚੀਤ। ਅੰਤ ਕਾਲ ਸੰਗੀ ਨਹਿ ਕਉ, ਇਹ ਅਚਰਜ ਹੈ ਮਨ ਮੂਰਖ ਅਜਹੂ ਨਹਿ ਸਮਝਤ। ਪਰ ਜਿਹੜਾ ਮਨ ਨਾ, ਸਤਿਗੁਰੂ ਕਹਿੰਦੇ ਨੇ ਇਹ ਨਹੀਂ ਸਮਝਦਾ। ਜਿੱਦਣ ਸਮਝ ਗਿਆ, ਜਿੱਦਣ ਉਹਦੀ ਕਹਾਣੀ ਸਮਝ ਵਿੱਚ ਆ ਗਈ, ਇਹ ਜੁੜ ਜਾਵੇਗਾ ਮਾਲਕ ਨਾਲ। ਇਹ ਦਿਨ ਦੇ ਵਿੱਚ ਬਲਹਾਰੀ ਗੁਰੇ ਆਪਣੇ ਦਿਓ ਹਾੜੀ ਸਤਵਾਰ, ਪਤਾ ਨਹੀਂ ਕਿੰਨੀ ਵਾਰੀ ਮੱਥਾ ਟਿਕੇਗਾ। ਜਿਨ ਮਾਨਸ ਤੇ ਦੇਵਤੇ ਕੀਤੇ ਕੀਏ। ਸਤਿਗੁਰੂ ਗੁਰੂ ਕੀ ਬਾਣੀ ਮਨੁੱਖ ਨੂੰ ਦੇਵਤਾ ਬਣਾਉਂਦੀ ਹੈ, ਤੇ ਮਨੁੱਖ ਨੂੰ ਪਸ਼ੂ ਬਣਾਉਂਦਾ ਹੈ। ਮਨੁੱਖ ਆਪ ਵੀ ਬਣਦਾ ਕਰਤੂਤ ਪਸ਼ੂ ਕੀ ਮਾਨਸ ਜਾਤ। ਲੋਕ ਵਿਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ। ਸਭ ਸੁਨਾਏ ਕਛ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ। ਇਹ ਮਨੁੱਖ ਦੀ ਕਹਾਣੀ ਹੈ, ਇਹ ਮਨੁੱਖੀ ਜੀਵਨ ਦੀ ਗੱਲ ਹੈ। ਤੇ ਜੋ ਸਤਿਗੁਰੂ ਮਹਾਰਾਜ ਜੀ ਦੀ ਵਿਚਾਰਧਾਰਾ, ਜੋ ਸਤਿਗੁਰੂ ਮਹਾਰਾਜ ਜੀ ਦੇ ਵਚਨ ਹੈ,
ਉਹ ਇਹ ਹੈ ਕਿ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਓ। ਮਨੁੱਖ ਭੁੱਲਦਾ ਹੈ, ਮਨੁੱਖ ਭੁੱਲਦਾ ਹੈ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ। ਸਤਿਗੁਰੂ ਕਹਿੰਦੇ ਤੂੰ ਭੁੱਲਦਾ, ਮੈਂ ਤੈਨੂੰ ਚੇਤੇ ਕਰਵਾਉਣਾ ਹੈ। ਤੈਨੂੰ ਭੁੱਲਣ ਦੀ ਆਦਤ ਹੈ, ਪਰ ਮੈਂ ਤੈਨੂੰ ਬਾਰ-ਬਾਰ ਚੇਤੇ ਕਰਵਾਉਣਾ ਹਾਂ। ਬਾਰ-ਬਾਰ ਪ੍ਰਭ ਕੇ ਗੁਣ ਗਾ। ਉਸ ਮਾਲਕ ਪਰਮੇਸ਼ਰ ਦੇ ਤੂੰ ਗੁਣ ਗਾ, ਹਰ ਸਾਹ ਦੇ ਨਾਲ ਗਾ। ਜਿੰਨੀ ਵਾਰੀ ਗਾਵੇਂਗਾ ਓਨਾ ਤੇਰਾ ਭਲਾ ਹੈ, ਉਹਨੇ ਤੇਰੇ ਇਹ ਸਾਹ ਸਫਲ ਹੋਣਗੇ। ਹਰੇਕ ਸਾਹ ਦੇ ਨਾਲ ਉਹਨੂੰ ਯਾਦ ਕਰ। ਹਰ ਜਪਦਿਆਂ ਖਿੰਨ ਢਿੱਲ। ਖਿੰਨ ਦੇ ਵਾਸਤੇ, ਖਿੰਨ ਕਿਹਨੂੰ ਕਹਿੰਦੇ ਆ? ਸੈਕਿੰਡ ਤੋਂ ਵੀ ਘੱਟ ਸਮਾਂ ਗੁਰੂ ਨੇ ਨਹੀਂ ਬਖਸ਼ਿਆ। ਕਈ ਵਾਰ ਬੰਦਾ ਕਹਿੰਦਾ ਨੇ ਚਲੋ ਸਵੇਰੇ ਬਾਣੀ ਨਹੀਂ ਪੜ੍ਹੀ, ਮੈਂ ਸ਼ਾਮਾਂ ਨੂੰ ਪੜ੍ਹ ਲਵਾਂਗਾ, ਅੱਜ ਨਹੀਂ ਕੱਲ੍ਹ ਨੂੰ। ਪਰ ਗੁਰੂ ਕਹਿੰਦਾ ਵੀ ਨਹੀਂ, ਮੈਂ ਤੈਨੂੰ ਸਮਾਂ ਦੇਣਾ ਹੀ ਨਹੀਂ, ਤੇਰੇ ਕੋਲ ਸਮਾਂ ਹੀ ਨਹੀਂ ਆ। ਤੈਨੂੰ ਕੀ ਪਤਾ? ਕਬੀਰ ਕਾਲ ਕਰੰਤਾ ਅਬੈ ਕਰ। ਜਿਹੜਾ ਤੂੰ ਕੱਲ੍ਹ ਨੂੰ ਕੰਮ ਕਰਨਾ ਉਹ ਹੁਣੇ ਕਰ, ਹੁਣੇ ਕਰ। ਕੀ ਪਤਾ ਕੱਲ੍ਹ ਆਵੇਗਾ ਨਾ, ਕੱਲ੍ਹ ਆਉਣਾ ਕਿ ਨਹੀਂ ਆਉਣਾ। ਸਤਿਗੁਰੂ ਤੈਨੂੰ ਕਦੀ ਝੂਠਾ ਭਰੋਸਾ ਨਹੀਂ ਦਿੰਦੇ, ਤਸੱਲੀ ਨਹੀਂ ਦਿੰਦੇ। ਹਰ ਗੱਲ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਸੱਚ ਨੂੰ ਸਾਹਮਣੇ ਰੱਖਦੇ ਆ ਵੀ ਸੱਚ ਸੈਕਿੰਡ ਦੇ ਵਿੱਚ ਵੀ ਪੂਰਾ ਹੋ ਸਕਦਾ ਹੈ, ਖਿੰਨ ਦੇ ਵਿੱਚ ਵੀ ਜੀਵਨ ਦੇ ਵਿੱਚ ਵਾਪਰ ਸਕਦਾ ਹੈ। ਸੱਚ ਦੀ ਜੋ ਸਾਰਿਆਂ ਨਾਲ ਦੁਨੀਆ ਦੇ ਵਿੱਚ ਸੱਚ ਹੈ ਉਹ ਹੈ ਮੌਤ। ਮੌਤ ਇੱਕ ਅਟਲ ਸੱਚਾਈ ਹੈ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ। ਇਹ ਸੱਚਾਈ ਆ ਜੀਵਨ ਦੀ। ਜਵਾਨੀ ਤੋਂ, ਬਚਪਨ ਤੋਂ ਬਾਅਦ ਜਵਾਨੀ ਹੈ, ਜਵਾਨੀ ਤੋਂ ਬਾਅਦ ਵਡੇਪਾ ਹੈ, ਅਤੇ ਵਡੇਪੇ ਤੋਂ ਅੱਗੇ ਕੀ ਹੈ? ਮੌਤ ਹੈ। ਇਹ ਤੋਂ ਅੱਗੇ ਨਹੀਂ। ਤਿੰਨ ਅਵਸਥਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੀਵਨ ਦੀਆਂ ਸਾਹਮਣੇ ਰੱਖੀਆਂ। ਵਡੇਪੇ ਤੋਂ ਬਾਅਦ ਮੌਤ ਹੈ। ਜੇਕਰ ਤੂੰ ਬਚਪਨ ਦੇ ਵਿੱਚ ਮਾਲਕ ਦਾ ਨਾਮ ਨਹੀਂ ਜਪਿਆ, ਤੂੰ ਕਹਿੰਦਾ ਜਵਾਨੀ ਦੇ ਵਿੱਚ ਜਪ ਲਵੇਂਗਾ, ਜਵਾਨੀ ਦੇ ਵਿੱਚ ਵੀ ਤੇਰੇ ਕੋਲ ਸਮਾਂ ਲੰਘ ਗਿਆ, ਤੂੰ ਕਹਿੰਦਾ ਮੈਂ ਵਡੇਪੇ ਦੇ ਵਿੱਚ। ਤੇ ਭਗਤ ਭੀਖਣ ਦੇ ਬੋਲ ਆਪਣੇ ਸਾਹਮਣੇ ਰੱਖੀ। ਜਵਾਨੀ ਵਾਲੇ ਬੰਦਿਆ ਤੇ ਬਚਪਨ ਦੇ ਵਿੱਚ ਵਿਚਰ ਰਹੇ। ਨੈਣੋ ਨੀਰ ਬਹਿ ਤਨ ਖੀਨਾ ਸਾਡੇ ਸਾਹਮਣੇ ਆ। ਤੈਨੂੰ ਬੜੀਆਂ ਸੋਹਣੀਆਂ ਅੱਖਾਂ ਮਾਲਕ ਨੇ ਦਿੱਤੀਆਂ। ਜਵਾਨੀ ਦੇ ਵਿੱਚ, ਬਚਪਨ ਦੇ ਵਿੱਚ ਬੋਲ ਦਿੱਤੇ, ਸੁਣਨ ਦੇ ਵਾਸਤੇ ਤੈਨੂੰ ਕੰਨ ਦਿੱਤੇ, ਹੱਥ ਪੈਰ ਦਿੱਤੇ ਤੁਰਨ ਦੇ ਵਾਸਤੇ। ਬਹੁਤ ਦੂਰ ਮੀਲਾਂ ਤੱਕ ਤੂੰ ਪੈਦਲ ਤੁਰਦਾ ਰਿਹਾ, ਤੇਰੇ ਕੋਲ ਬਲ ਸੀ। ਪਰ ਜੇਕਰ ਤੂੰ ਆਸ ਲਾਵੇਂ ਵਡੇਪੇ ਦੇ ਵਿੱਚ, ਪਹਿਲੀ ਗੱਲ ਵੀ ਵਡੇਪੇ ਦੇ ਵਿੱਚ ਤੂੰ ਆਵੇਂ ਕਿ ਨਾ ਆਵੇਂ। ਜੇ ਤੂੰ ਵਡੇਪੇ ਦੇ ਵਿੱਚ ਵੀ ਆ ਗਿਆ, ਵਡੇਪੇ ਦੀ ਹਾਲਤ ਵੀ ਧੰਨ ਗੁਰੂ ਕੀ ਬਾਣੀ ਨੇ ਸਾਡੇ ਸਾਹਮਣੇ। ਨੈਣੋ ਨੀਰ ਬਹਿ ਤਨ ਕੀਨਾ ਪਏ ਘੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰਾ। ਤੂੰ ਵਾਹਿਗੁਰੂ ਕਰੇਗਾ ਨਾ, ਤੇਰੇ ਕੋਲ ਨਿਕਲੇਗਾ ਹੀ ਨਹੀਂ। ਜਵਾਨੀ ਵਿੱਚ ਤੂੰ ਬਹੁਤ ਲੰਮਾ ਸਮਾਂ ਬਹਿ ਸਕਦਾ, ਦਰਸ਼ਨ ਕਰ ਸਕਦਾ ਸੀ, ਪਰ ਤੂੰ ਸਮਝਿਆ ਵੀ ਨਹੀਂ ਅਜੇ ਸਮਾਂ ਨਹੀਂ ਆ। ਪਰ ਜਦੋਂ ਵਡੇਪੇ ਦਾ ਆਇਆ, ਤੇਰੇ ਕੋਲ ਬੈਠਾ ਨਾ ਗਿਆ। ਤੇਰੇ ਕੋਲ 5 ਮਿੰਟ ਵੀ ਚੌਂਕੜਾ ਲਾ ਕੇ ਗੁਰੂ ਕੀ ਹਜ਼ੂਰੀ ਵਿੱਚ ਨਹੀਂ ਬੈਠਾ ਗਿਆ। ਤੇਰੇ ਕੋਲ 2 ਮਿੰਟ 5 ਮਿੰਟ ਵੀ ਵਾਹਿਗੁਰੂ ਵਾਹਿਗੁਰੂ ਨਹੀਂ ਜਪਿਆ ਗਿਆ। ਤੇਰੇ ਕੋਲ ਸੁਣਿਆ ਨਾ ਗਿਆ, ਤੇ ਕਿਉਂਕਿ ਤੇਰੇ ਕੰਨ, ਤੂੰ ਬੋਲਾ ਹੋ ਗਿਆ, ਤੂੰ ਮਸ਼ੀਨਾਂ ਲਵਾ ਲਈਆਂ। ਪਰ ਉਹ ਗੱਲ ਨਾ ਬਣੀ ਜਿਹੜੀ ਜਵਾਨੀ ਦੇ ਵਿੱਚ ਸੀ, ਜਿਹੜੀ ਮਾਲਕ ਨੇ ਤੈਨੂੰ ਬਖਸ਼ਿਸ਼ ਹਨ। ਇਹ ਸਰੋਤ, ਇਹ ਗਿਆਨ ਇੰਦਰੇ, ਵੀ ਇਹਦੇ ਨਾਲ ਤੂੰ ਮਾਲਕ ਨੂੰ ਯਾਦ ਕਰ, ਸਫਲ ਕਰ। ਪਰ ਜਦੋਂ ਉਹ ਸਮਾਂ ਲੰਘ ਗਿਆ ਤੇ ਮਨੁੱਖ ਅਖੀਰ 'ਤੇ ਪਛਤਾਇਆ, ਇਹ ਕੁਰਲਾਇਆ ਵੀ ਇਹ ਕੀ ਹੋ ਗਿਆ। ਸਤਿਗੁਰੂ ਕਹਿੰਦੇ ਮੈਂ ਤਾਂ ਪਹਿਲਾਂ ਤੈਨੂੰ ਸਮਝਾਇਆ ਸੀ। ਨੈਣੋ ਨੀਰ ਬਹਿ ਤਨ ਖੀਨਾ, ਸਰੀਰ ਕਮਜ਼ੋਰ ਹੋ ਗਿਆ। ਭਏ ਘੇਸ ਦੁੱਧਵਾਨੀ, ਰੂ ਦਾ ਕੰਠ ਸ਼ਬਦ ਨਹੀਂ ਉਚਰਾ। ਅਬ ਕਿਆ ਕਰੇ ਪ੍ਰਾਣੀ, ਹੁਣ ਹੱਥ ਪੈਰ ਮਾਰਦਾ, ਪਛਤਾਵਾ ਕਰਦਾ ਵੀ ਇਹ ਕੀ ਹੋ ਗਿਆ। ਰਾਮ ਰਾਏ ਹੋਏ ਬੈਦ ਬਨਵਾਰੀ, ਆਪਣੇ ਸੰਤਾ ਲਿਓ ਬਾਰੀ। ਅਜੇ ਵੀ ਸਮਾਂ ਤੇਰੇ ਕੋਲ। ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਫਿਰ ਪਾਸ਼ਾ ਪਛਤਾਏਂਗੇ ਤਾਂ ਪ੍ਰਾਣ ਜਾਏਂਗੇ। ਜਦੋਂ ਸਰੀਰ ਦੇ ਵਿੱਚੋਂ ਇਹ ਪ੍ਰਾਣ, ਇਹ ਭੋਰਾ ਉਡਾਰੀ ਮਾਰ ਗਿਆ ਨਾ, ਫਿਰ ਤੇਰੇ ਵੱਸ ਕੁਝ ਨਹੀਂ ਰਹਿਣਾ। ਪਛਤਾਵੇ ਤੋਂ ਬਿਨਾਂ ਕੁਝ ਪੱਲੇ ਨਹੀਂ ਤੇਰੇ ਕੋਲ ਬਹਿਣਾ।
ਜੇਕਰ ਇਹ ਕਮਾਈ ਕਰਕੇ ਸਰੀਰ ਮਿਲਿਆ ਹੈ, ਭਗਤੀ ਕਰਕੇ ਮਿਲਿਆ ਹੈ, ਇਹਨੂੰ ਸਫਲ ਕਰ ਸੇਵਾ ਦੇ ਨਾਲ, ਭਗਤੀ ਦੇ ਨਾਲ, ਤਾਂ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ ਤੇਰੇ ਹੋਣਗੇ। ਉੱਦਾਂ ਨਹੀਂ, ਜੋ ਉਪਜਿਓ ਸੋ ਬਿਨਸ ਹੈ, ਪਰੋਂ ਆਜ ਕੈ ਕਾਲ, ਅੱਜ ਨਹੀਂ ਤੇ ਕੱਲ ਇਹਨੇ ਬਿਨਸ ਜਾਣਾ ਹੀ। ਤੇ ਕੰਮ ਕੀ ਕਰਾਂ ਸਤਿਗੁਰੂ ਜੀਓ, ਜਿਹਦੇ ਨਾਲ ਤੈਨੂੰ ਮਿਲਿਆ ਜਾਵੇ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਸੰਸਾਰ। ਜੇਕਰ ਤੂੰ ਸੋਚੇ ਵੀ ਦੁਨੀਆ ਦੇ ਕੰਮ ਧੰਦੇ ਨਾਲ ਜਾਣਗੇ, ਸਤਿਗੁਰੂ ਕੋਈ ਕਹਿੰਦੇ ਨੇ ਕੋਈ ਮਨੁੱਖ ਨਹੀਂ ਕੋਈ ਕੋਠੀਆਂ ਕਾਰਾਂ ਦੇਖ ਤੂੰ ਕੋਈ ਨਾਲ ਲੈ ਗਿਆ। ਗੁਰੂ ਬਾਬੇ ਨਾਨਕ ਦੁਨੀ ਚੰਦ ਨੂੰ ਸਮਝਾਇਆ। ਦੁਨੀ ਚੰਦ ਨੂੰ ਕਹਿੰਦੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ, ਇੰਨਾ ਵੱਡਾ ਮਹੱਲ, ਇੰਨਾ ਰੁਪਈਆ ਜਾਇਦਾਦਾਂ ਕਾਹਦੇ ਵਾਸਤੇ? ਸ਼ਾਇਦ ਸਾਡੇ ਵਾਂਗ ਉਹਨੇ ਸਮਝਿਆ ਵੀ ਇਹ ਨਾਲ ਲੈ ਜਾਵਾਂਗਾ। ਸਤਿਗੁਰੂ ਨੇ ਇੱਕ ਉਦਾਹਰਨ ਦਿੱਤੀ, ਇੱਕ ਨਿੱਕੀ ਜਿਹੀ ਸੂਈ ਦਿੱਤੀ। ਕਈ ਵਾਰ ਆਪ ਜੀ ਨੇ ਸਰਵਣ ਕੀਤੀ ਸਾਖੀ ਸਮਝਾਉਣ ਦੇ ਵਾਸਤੇ। ਸਤਿਗੁਰੂ ਮਹਾਰਾਜ ਨੇ ਜਿਹੜੇ ਕੌਤਕ ਜਿਹੜੇ ਦੁਨੀਆ ਦੇ ਵਿੱਚ ਕੀਤੇ, ਸਾਨੂੰ ਸਮਝਾਉਣ ਦੇ ਵਾਸਤੇ ਵੀ ਮਨੁੱਖ ਸਮਝ ਜਾਵੇ। ਬੜੀਆਂ ਉਦਾਹਰਨਾਂ ਗੁਰੂ ਕੀ ਬਾਣੀ ਵਿੱਚ ਵੀ ਸਤਿਗੁਰੂ ਮਹਾਰਾਜ ਜੀ ਨੇ ਦਿੱਤੀਆਂ ਨੇ ਸਾਨੂੰ, ਵੀ ਮਨੁੱਖ ਕਿਸੇ ਤਰੀਕੇ ਦੇ ਨਾਲ ਸਮਝ ਜਾਵੇ। ਅਜ ਹੂੰ ਕਛ ਵਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ, ਅਜੇ ਵੀ ਤੇਰਾ ਕੁਝ ਨਹੀਂ ਵਿਗੜਿਆ। ਕਿੰਨੀ ਧਰਵਾਸ ਗੁਰੂ ਦਿੰਦਾ। ਇਹ ਤਾਂ ਬੰਦਾ ਕਹਿੰਦਾ, ਡਾਕਟਰ ਕਹਿੰਦਾ ਇਹ ਤਾਂ ਖਤਮ, ਇਹਨੂੰ ਲੈ ਜਾਓ। ਕਈ ਵਾਰ ਬੰਦਾ ਬਚ ਵੀ ਜਾਂਦਾ। ਧਰਵਾਸ ਸੱਚੀ ਸਿਰਫ ਤੇ ਸਿਰਫ ਗੁਰੂ ਦਿੰਦਾ, ਮੇਰਾ ਗੁਰੂ। ਦੁਨੀਆ ਦਾ ਬੰਦਾ ਧਰਵਾਸ ਨਹੀਂ ਦਿੰਦਾ। ਦੁਨੀਆ ਦਾ ਬੰਦਾ ਬੰਦੇ ਨੂੰ ਮਾਰਦਾ ਜੇ, ਤੇ ਜਿਹੜਾ ਸਤਿਗੁਰੂ ਮੇਰਾ ਮਾਰ ਜਵਾਲਾ ਹੈ। ਪਰ ਜਿਹੜਾ ਮੇਰਾ ਸਤਿਗੁਰੂ ਹੈ ਉਹ ਕਈ ਵਾਰ ਮੋਇਆਂ ਨੂੰ ਵੀ ਜਿਉਂਦਾ ਕਰ ਦਿੰਦਾ। ਉਹ ਸਮਰੱਥਾ ਉਹਦੇ ਵਿੱਚ, ਤਾਕਤ ਹੈ ਉਹਦੇ ਵਿੱਚ। ਜਿੰਨੇ ਮਾਲਕ ਨੇ ਸਵਾਸ ਦੁਨੀਆ ਦੇ ਵਿੱਚ ਲਿਖੇ ਨੇ, ਮੈਂ ਫੇਰ ਬੇਨਤੀ ਕਰਾਂ, ਕਈ ਵਾਰ ਡਾਕਟਰ ਕਹਿ ਦਿੰਦੇ ਆ ਨਾ, ਇਹ ਤਾਂ ਬਸ ਹਫ਼ਤੇ 10 ਦਿਨ ਦਾ ਹੀ ਆ, ਇਹਨੂੰ ਲੈ ਜਾਓ। ਤੇ ਜਦੋਂ ਸੁਣੀਦਾ ਉਹ ਤੇ ਜਿਉਂਦਾ ਜਾਗਦਾ ਹੁੰਦਾ, ਡਾਕਟਰ ਹੈਰਾਨ ਰਹਿੰਦਾ ਵੀ ਹਾਂ ਇਹ ਕੀ ਬਣ ਗਿਆ। ਇਹਨੂੰ ਕਹਿੰਦੇ ਸਤਿਗੁਰੂ ਮੇਰਾ ਮਾਰ ਜਵਾਲਾ, ਸਤਿਗੁਰੂ ਮੇਰਾ ਸਦਾ ਪ੍ਰਤਪਾਲ ਹੈ। ਇਹ ਸਤਿਗੁਰੂ ਦੀ ਵਡਿਆਈ ਹੈ। ਤੇ ਉਹਦੀ ਵਡਿਆਈ ਦੇ ਅੱਗੇ ਸਿਰ ਨਿਵਾਉਣਾ ਸਿੱਖ ਦਾ ਫਰਜ਼ ਆ। ਜਿੱਥੋਂ ਸਿੱਖ ਆਇਆ, ਜਿੱਥੋਂ ਸਿੱਖ ਦਾ ਜਨਮ ਹੋਇਆ, ਉੱਥੋਂ ਤੱਕ ਪਹੁੰਚਣਾ, ਇਸ ਨੂੰ ਸਫਲ ਕਰਕੇ ਇਹ ਗੁਰੂ ਦੀ ਕਿਰਪਾ ਹੋਵੇ ਤਾਂ ਹੋ ਸਕਦਾ। ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਵੇ। ਨਹੀਂ ਤਾਂ ਬੰਦਾ ਦੋ ਚੀਜ਼ਾਂ ਨਾਲ ਖੜਦਾ ਦੁਨੀਆ ਦੇ ਵਿੱਚ। ਉਹ ਕਿਹੜੀਆਂ ਨੇ? ਚੰਗੇ ਆਈਆਂ, ਬੁਰੇ ਆਈਆਂ। ਬਾਕੀ ਸਭ ਕੁਝ ਇੱਥੇ ਰਹਿ ਜਾਂਦਾ। ਜਿਨ੍ਹਾਂ ਦੇ ਦੁਆਰਾ ਮਨੁੱਖ ਦੁਨੀਆ ਦੇ ਵਿੱਚ ਕਰਮ ਕਰਦਾ ਹੈ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ, ਥੱਕ ਆਏ। ਮੈਂ ਹੁਣ ਥੱਕ ਕੇ ਆ ਗਿਆ। ਤੇ ਭਗਤ ਰਵਿਦਾਸ ਜੀ ਨੇ ਕਿਹਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਬੰਦਾ ਕਹਿੰਦਾ ਆਪਣੀ ਜਿੰਨਾ ਹੀ ਕਮਾਈ ਕਰਨਾ ਕਿਸੇ ਵੀ ਤਰੀਕੇ ਦੇ ਨਾਲ ਕਰ ਜੋ ਕੁਝ ਬਣਾਉਣਾ ਬਣਾ ਜੋ ਆਪਣੇ ਪੁੱਤਾਂ ਵਾਸਤੇ, ਤੇ ਭੁਗਤਣਾ ਤੈਨੂੰ ਪੈਣਾ। ਡਾਂਗਾ ਤੇ ਤੂੰ ਖਾਣਾ। ਕੀ ਕੁਝ ਹੋਵੇਗਾ? ਆਪੀ ਨੇ ਭੋਗ ਕੈ ਹੋਏ ਭਸਮੜ, ਭੌਰ ਸਦਾਇਆ ਵੱਡਾ ਹੋਆ ਦੁਨੀਆ ਨੇ ਤੇ ਕਹਿ ਦਿੱਤਾ ਬਹੁਤ ਵੱਡਾ, ਬੜਾ ਅਮੀਰ ਆ, ਪਰ ਬਣਿਆ ਕਿੱਦਾਂ ਇਹ ਤੈਨੂੰ ਪਤਾ ਜਾਂ ਮਾਲਕ ਨੂੰ, ਤੇ ਦੁਨੀਆ ਨੂੰ ਵੀ ਪਤਾ। ਵੱਡਾ ਹੋਆ ਦੁਨੀਦਾਰ, ਗਾਲ ਸੰਗਲ ਘੱਤ ਚਲਾਇਆ। ਉਹਨੇ ਗਾਲ 'ਚ ਸੰਗਲ ਪਾ ਕੇ ਲੈ ਜਾਣਾ। ਇੱਕ ਨਹੀਂ ਸੁਣਨੀ, ਕੋਈ ਤੇਰੀ ਸਿਫਾਰਿਸ਼ ਨਹੀਂ ਹੈ, ਕੋਈ ਤੇਰਾ ਡਰ ਨਹੀਂ ਹੈ, ਕੋਈ ਰਿਸ਼ਵਤ ਨਹੀਂ ਹੈ, ਕੁਝ ਵੀ ਨਹੀਂ ਹੈ। ਉੱਥੇ ਤਾਂ ਕੀ ਹੈ? ਕੂੜ ਨਿਖੁੱਟੇ ਨਾਨਕਾ ਓੜਕ ਸੱਚ। ਉਹਦੇ ਸੱਚ ਦੀ ਗੱਲ ਹੈ। ਉਹ ਸੱਚ ਨੂੰ ਪੁੱਛਦਾ, ਉਹ ਸੱਚ ਵੇਖਦਾ, ਸੱਦ ਸੁਣਦਾ, ਸੱਦ ਵੇਖਦਾ। ਉਹਨੂੰ ਸੱਚ ਚੰਗਾ ਲੱਗਦਾ, ਉਹਨੂੰ ਝੂਠ ਨਹੀਂ ਚੰਗਾ ਲੱਗਦਾ, ਦੁਨੀਆ ਨੂੰ ਲੱਗਦਾ। ਇਹ ਫਰਕ ਹੈ। ਭਗਤਾਂ ਤਾਂ ਸਾਰੀਆਂ ਜੋੜ ਕਦੇ ਨਾ, ਇਹ ਫਰਕ ਹੈ। ਜਿਹੜੇ ਭਗਤ ਨੇ, ਜਿਹੜੇ ਸੰਸਾਰੀ ਬੰਦੇ ਨੇ, ਪਰ ਜਿਹੜੇ ਭਗਤ ਨੇ ਉਹਨੂੰ ਭਾ ਜਾਂਦੇ ਆ। ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ, ਨਾਨਕ ਕਰਮਾ ਬਾਹਰ। ਆ ਬਾਕੀ ਜਿਹੜੇ ਨੇ ਬਾਹਰ ਹੀ ਰਹਿ ਜਾਂਦੇ ਨੇ, ਇਹਨਾਂ ਨੂੰ ਅੰਦਰ ਨਹੀਂ ਉਹ ਜਾਣ ਦਿੰਦਾ। ਕਿਸੇ ਦੀ ਸਿਫਾਰਿਸ਼ ਨਹੀਂ, ਕੁਝ ਨਹੀਂ ਚੱਲਦਾ। ਪਰ ਜਿਹੜੇ ਭਗਤ ਉਹ ਸਿੱਧੇ ਦਿਲ ਅੰਦਰ ਲੰਘ ਜਾਂਦੇ ਆ, ਉਹਨਾਂ ਦਾ ਪਿਆਰ ਹੀ ਇੰਨਾ ਹੋ ਜਾਂਦਾ। ਭਗਤ ਤੇਰੇ ਮਨ ਭਾਵਦੇ, ਕਿਉਂ? ਉਹਦੀ ਗੱਲ ਮੰਨਦੇ ਆ। ਹੁਣ ਬੰਦਾ ਬੰਦੇ ਦੀ ਗੱਲ ਮੰਨੇ, ਬੰਦਾ ਤਾਂ ਆਪਣੀ ਜਾਨ ਦੇਣ ਨੂੰ ਤਿਆਰ ਹੋ ਜਾਂਦਾ। ਜਦੋਂ ਮਰਜ਼ੀ ਆਏ, 24 ਘੰਟੇ ਤੇਰੇ ਵਾਸਤੇ ਘਰ ਦੇ ਦਰਵਾਜ਼ੇ ਖੁੱਲ੍ਹੇ ਆ। ਤੇ ਜਿਹੜਾ ਗੱਲ ਨਾ ਮੰਨੇ
ਉਹਨੂੰ ਅੰਦਰ ਨਹੀਂ ਆਉਣ ਦਿੰਦਾ, ਸਮਝ ਨਹੀਂ ਦਿੰਦਾ। ਤੇ ਮਾਲਕ ਦੀ ਵੀ ਇਹੋ ਵਿਥਿਆ, ਇਹੋ ਕਹਾਣੀ ਹੈ। ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਦੇ, ਵਿਸਰਿਆ ਜਿਨ ਨਾਮ ਤੇ ਭੋਏ। ਆਪ ਲੀਏ ਲੜ ਲਾਏ ਦਰ ਦਰਵੇਸ਼, ਤਿਨ ਧਨ ਜਣੇਂਦੀ ਮਾਓ ਆਏ ਸਫਲ। ਗੁਰੂ ਕੇ ਪਿਆਰ ਵਾਲਾ, ਬਖਸ਼ਿਸ਼ ਵਾਲਾ ਇਹ ਪਰਿਵਾਰ ਜਿਹੜਾ ਭਾਈ ਜੋਗੇਸ਼ ਸਿੰਘ ਜੀ, ਜਿਨ੍ਹਾਂ ਨੇ ਆਲਮਗੀਰ ਸਾਹਿਬ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ, ਦਾਸ ਵੀ ਉੱਥੇ ਸੇਵਾ ਨਿਭਾਉਂਦਾ ਰਿਹਾ। ਤੋ ਸਾਡੇ ਕੋਲ ਹੀ ਇਹ ਬੱਚਾ ਰਿਹਾ ਵਾ। ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਆ, ਕਥਾ ਦੀ, ਕੀਰਤਨ ਦੀ, ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕੀਤੀ ਆ। ਸੋ ਇਹ ਵੀ ਸੇਵਾ ਨਿਭਾਉਂਦੇ ਨੇ, ਬਾਣੀ ਤੇ ਬਾਣੀ ਦੇ ਨਾਲ ਜੁੜੇ ਨੇ। ਸੋ ਇਹਨਾਂ ਦੇ ਦਾਦੀ ਜੀ ਜੋ ਕਿ ਕੁਝ ਦਿਨ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾਏ ਬਰਾਜੇ, ਉਹਨਾਂ ਦੇ ਨਿਮਿਤ ਸਤਿਗੁਰੂ ਗੁਰੂ ਕੀ ਬਾਣੀ ਦੇ ਭੋਗ ਪਾਏ। ਉਪਰੰਤ ਗੁਰੂ ਕੀ ਕਥਾ ਕੀਰਤਨ ਆਪ ਸਮੂਹ ਸੰਗਤਾਂ ਨੂੰ ਗੁਰੂ ਕੇ ਪਿਆਰਿਆਂ ਨੇ ਸਰਵਣ ਕਰਵਾਇਆ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਮਾਤਾ ਜੀ ਦਾ ਨਿਵਾਸ ਸਦੀਵ ਕਾਲ ਲਈ ਆਪਣੇ ਚਰਨਾਂ ਦੇ ਵਿੱਚ ਬਖਸ਼ਣ, ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਬਹੁਤ ਬਹੁਤ ਧੰਨਵਾਦ ਜੀ ਸਮੂਹ ਸੰਗਤ ਦਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਆਨੰਦ ਸਾਹਿਬ ਜੀ ਦਾ ਪਾਠ, ਫਿਰ ਅਰਦਾਸ ਬੇਨਤੀ ਦੇ ਵਿੱਚ ਆਪਾਂ ਸਾਰਿਆਂ ਨੇ ਜੁੜਨਾ ਹੈ। ਸੋ ਆਓ ਆਨੰਦ ਸਾਹਿਬ ਜੀ ਦਾ ਪਾਠ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਰਾਗ ਰਤਨ ਪਰਿਵਾਰ ਭਰੀਆਂ। ਸ਼ਬਦ ਗਾਵਣ ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਕਹਿ ਨਾਨਕ ਮਨ ਮੇਰੇ ਸਦਾ ਰਹੋ। ਸਾਚੇ ਸਾਹਿਬਾ ਕਿਆ ਨਾਹੀਂ ਘਰ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇ ਸੋ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਕਰ ਤੇਰਾ। ਸਾਚਾ ਨਾਮ ਮੇਰਾ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾ ਕਰ ਸ਼ਾਂਤ, ਸੁਖ ਮਨ ਆਏ ਵਸਿਆ। ਜਿਨ ਈਸ਼ਾ ਸਦਾ ਕੁਰਬਾਨ ਕੀਤਾ, ਗੁਰ ਵਿਟੋਂ ਜਿਸ ਦੀਆਂ ਇਹ ਵਡਿਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ, ਸਾਚਾ ਨਾਮ ਮੇਰਾ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਪੰਜ ਦੂਤ ਤੁਧ ਵਸ, ਕੀਤੇ ਕਾਲ ਕੰਟਕ ਤੁਰ ਕਰਮ ਪਾਇਆ। ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ। ਆਨੰਦ ਸੁਨੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ ਸੰਤ ਸਾਜਨ ਭਏ, ਸਰਸੇ ਪੂਰੇ। ਗੁਰ ਤੇ ਸੁਣ ਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਬੈਨਵੰਤ। ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਸਲੋਕ। ਪਾਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਦਿਵਸ ਰਾਤ ਦੁਇ ਦਾਈ ਦਾਇਆ। ਖੇਲਾ ਸਗਲ ਚੰਗਿਆਈਆਂ ਬੁਰਿਆਈਆਂ, ਵਾਚਾ ਧਰਮ ਕਰਮੀ ਆਪੋ ਆਪਣੀ। ਕੀ ਨੇੜੇ ਜਿਨੇ ਨਾਮ ਧਿਆਇਆ, ਗੇ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਤਾ ਹਮ ਬਾਰਿਕ ਤੇਰੇ,
ਤੁਮਰੈ ਸੂਤਰਧਾਰੀ, ਤੁਮ ਤੇ ਹੋਏ ਆਗਿਆਕਾਰੀ। ਨਾਨਕ ਦਾਸ ਸਦਾ ਕੁਰਬਾਨੀ, ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਜਾਣੈ ਮੇਰਾ ਵਾਹਿਗੁਰੂ। ਵਾਹਿਗੁਰੂ 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 ਸਾਹਿਬ ਜੀ। ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਈ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੇ ਹੋਈ ਸਹਾਈ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਈ। ਸ੍ਰੀ ਹਰਿਕ੍ਰਿਸ਼ਨ ਜੀ ਧਿਆਈਏ, ਜੁਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ। ਘਰ ਨੌ ਨਿਧ ਆਵੈ ਧਾਈ, ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਈ, ਸਭ ਥਾਈ ਹੋਣਾ ਜੀ ਸਹਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ੍ਰੀ ਗੁਰੂ ਗ੍ਰੰਥ ਦੇ ਪਾਠ, ਦਰਸ਼ਨ ਦੀਦਾਰ ਦਾ ਧਿਆਨ, ਧਰ ਖਾਲਸਾ ਸਾਹਿਬ ਬੋਲੋ ਜੀ। ਹਜੂਰ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੀ। ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ। ਦੇਖ ਕੇ ਅਣਡਿੱਠ ਕੀਤਾ, ਤਿਨਾਂ ਦੀ ਕਮਾਈ ਦਾ ਧਿਆਨ, ਧਰ ਖਾਲਸਾ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹਿਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਤਨਾਰੇ ਨਾਲ ਚਲਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨੇ ਵਹਾਈ, ਤਿਨਾਂ ਦੀ ਕਮਾਈ ਦਾ ਧਿਆਨ, ਧਰ ਖਾਲਸਾ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ, ਧਰ ਖਾਲਸਾ ਸਾਹਿਬ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੈ ਚਿਤਾਵਨ ਕਹਤ ਕਾ, ਸਰਬ ਸੁਖ ਹੋਵੈ ਜਹਾਂ ਜਹਾਂ। ਗੁਰੂ ਖਾਲਸਾ ਸਾਹਿਬ ਤਹਾਂ ਤਹਾਂ ਰਚਿਆ ਰ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਭਵਿੱਖ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ ਨਾਮਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਦ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ, ਆਪਣੇ ਪੰਥ ਦੇਸ਼ ਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪਿਆਰੇ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾਈ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਜੀ, ਨੇਤਾਣਿਆਂ ਦੇ ਤਾਣ ਸਤਿਗੁਰੂ ਜੀ, ਨਿਓਟਿਆਂ ਦੇ ਓਟ ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦਾ ਪਾਵਨ ਹੁਕਮ ਹੈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ। ਘੱਲੇ ਆਵੇ ਨਾਨਕਾ, ਸੱਦੀ ਉੱਠ ਜਾਏ ਦੇ ਮਹਾਵਾਕ ਅਨੁਸਾਰ। ਦਰ ਕਰਦੇ ਸੇਵਕ ਮਾਤਾ ਮਾਤਾ ਤਜਿੰਦਰ ਕੌਰ ਜੀ ਮਹਾਰਾਜ ਜੀ ਆਪ ਜੀ ਕੋਲ ਸਵਾਸਾਂ ਦੀ ਪੂੰਜੀ ਲੈ ਕੇ ਆਏ ਸਨ। ਸਵਾਸਾਂ ਦੀ ਪੂੰਜੀ ਭੋਗਦਿਆਂ ਹੋਇਆਂ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਮਹਾਰਾਜ ਜੀਓ। ਉਹਨਾਂ ਦੇ ਪਰਿਵਾਰ ਵੱਲੋਂ ਭਾਈ ਤਰਸੇਮ ਸਿੰਘ ਸਾਰੇ ਹੀ ਪਰਿਵਾਰ ਨੇ ਰਲ ਮਿਲ ਕੇ ਮਾਤਾ ਜੀ ਦੇ ਵਰਤਾਏ, ਮਾਤਾ ਜੀ ਆਤਮ ਸੁਖ ਸ਼ਾਂਤੀ ਵਾਸਤੇ ਮਹਾਰਾਜ ਜੀਓ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਆਪਣੇ ਗ੍ਰਹਿ ਵਿਖੇ ਲਿਆ ਕੇ ਸ੍ਰੀ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰਵਾਏ ਸਨ ਮਹਾਰਾਜ ਜੀਓ। ਆਪ ਜੀ ਦੀ ਕਿਰਪਾ ਹੋਈ ਹੈ। ਗੁਰਬਾਣੀ ਆਦਿ ਤੋਂ ਮੱਧ ਮਾਤਾ ਤੱਕ ਸੰਪੂਰਨ ਗੁਰਬਾਣੀ ਦੇ ਸ੍ਰੀ ਸਹਿਜ ਪਾਠ ਸਾਹਿਬ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਮਹਾਰਾਜ ਜੀਓ। ਉਪਰੰਤ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਲਾਏ ਧਿਆਨਾ ਮਹਾਰਾਜ ਜੀਓ। ਕੀਰਤਨ ਹੋਇਆ ਹੈ, ਗੁਰਮਤਿਆਂ ਵਿਚਾਰਾਂ ਹੋਈਆਂ ਨੇ ਮਹਾਰਾਜ ਜੀਓ। ਗੁਰਬਾਣੀ ਪੜ੍ਹਦਿਆਂ ਹੋਇਆਂ
ਕੀਰਤਨ ਕਰਦਿਆਂ ਹੋਇਆਂ ਗੁਰਮਤਿ ਦੀਆਂ ਵਿਚਾਰਾਂ ਕਰਦਿਆਂ ਹੋਇਆਂ ਮਹਾਰਾਜ ਜੀ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲ ਗਲਤੀਆਂ ਹੋ ਗਈਆਂ ਨੇ ਮਹਾਰਾਜ ਜੀ। ਆਪ ਜਾਣੀ ਜਾਣ ਹੋ ਅਣਜਾਣ ਬੱਚੇ ਜਾਣ ਕੇ ਮਾਫ ਕਰਨਾ ਜੀ। ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਕੀਤੇ ਹੋਏ ਕਥਾ ਕੀਰਤਨ ਦਾ ਮਹਾਰਾਜ ਭਾਵ ਵਿਛੜੀ ਰੂਹ ਨੂੰ ਦੇਣਾ ਮਹਾਰਾਜ ਜੀ। ਆਪ ਦੇ ਚਰਨਾਂ ਕੋਲ ਨਿਵਾਸ ਬਖਸ਼ਣਾ। ਪਰਿਵਾਰ ਨੂੰ ਸਾਕ ਸੰਬੰਧੀਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਮਹਾਰਾਜ ਜੀ। ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਨੇ ਆਪ ਜੀ ਅੰਗੀਕਾਰ ਕਰੋ। ਸੇਵਕਾਂ ਦੇ ਲੋਕ ਪੁਲੇ ਪਰਦੇ ਕੱਢਣੇ ਬੇਅੰਤ ਹੀ ਭੇਟਾਵਾਂ ਆਪ ਦੇ ਦਰ 'ਤੇ ਮਹਾਰਾਜ ਜੀ ਭੇਟਾਂ ਕੀਤੀਆਂ ਗਈਆਂ ਹਨ। ਖਜ਼ਾਨਾ 'ਚ ਮਹਾਰਾਜ ਜੀ ਪਾਓ। ਅਰਦਾਸਾਂ ਭੇਟਾਂ ਦਿੱਤੀਆਂ ਮਹਾਰਾਜ ਜੀ ਖਜ਼ਾਨੇ ਵਿੱਚ ਪਾਓ। ਸੇਵਕਾਂ ਦੇ ਖਜ਼ਾਨੇ ਭਰਪੂਰ ਭੰਡਾਰੇ ਭਰਪੂਰ ਦੁੱਖ ਦਲੀਦੂ ਕਰਨੇ। ਆਉਣ ਵਾਲਾ ਸਮਾਂ ਸੇਵਕ ਪਰਿਵਾਰ ਵਾਸਤੇ ਖੁਸ਼ੀਆਂ ਖੇੜਿਆਂ ਭਰਿਆ ਲੈ ਕੇ ਆਉਣਾ ਮਹਾਰਾਜ ਜੀ। ਸੇਵਕ ਪਰਿਵਾਰ ਵੱਲੋਂ ਆਪ ਦੇ ਬਖਸ਼ਣ ਭੰਡਾਰਾਂ ਵਿੱਚੋਂ ਪੰਚਮ ਕੜਾ ਪ੍ਰਸੰਦ ਗਜ ਕੇ ਹਾਜ਼ਰ ਹੋਏ ਜੀ ਮਹਾਰਾਜ। ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ବ୍ୟੰਜਨ ਮਿਸ਼ਟਾਏ ਕਰੀ ਪਕਸਲ ਸੋਚ ਪਵਿੱਤਰਾ। ਹੁਣ ਲਾਵੋ ਭੋਗ ਹਰ ਰੈਬ ਜੀ ਭੋਗ ਲਾਵੋ। ਲੱਗਿਆ ਹੋਇਆ ਭੋਗ ਸਾਸਨ ਵਰਤਾਉਣ ਦੀ ਆਗਿਆ ਬਖਸ਼ੋ ਜੀ। ਜਿਸ ਮੁਖ ਪਵੇ ਸੋ ਵਾਹਿਗੁਰੂ ਵਾਹਿਗੁਰੂ ਪਵਿੱਤਰ ਨਾਮ ਜਮਰ ਸਰਬਤ ਸੰਗਤਾਂ ਦੀ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਮਹਾਰਾਜ ਜੀ। ਸਰਬਤ ਸੰਗਤਾਂ ਨੂੰ ਨਾਮ ਦਾ ਦਾਤਾ ਗੁਰਸਿੱਖੀ ਜੀਵਨ ਬਾਣੀ ਬਾਣੀ ਦਾ ਪਿਆਰ ਬਖਸ਼ਣ ਮਹਾਰਾਜ ਜੀ। ਕਿਰਪਾ ਕਰੋ ਆਪ ਇਲਾਹੀ ਦਰਗਾਹ ਹੁਕਮ ਬਖਸ਼ਿਸ਼ ਕਰਕੇ ਨਿਹਾਲ ਕੋ ਕਰਤਾਤ ਕਰੋ। ਸੁਖ ਹੋਵੇ ਨਾਮ ਜਿਤਾਵੇ ਤਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੋਹਰਾ ਗਿਆ ਪਈਆ ਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੁਝ ਹੈ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੀ। ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵੰਦੀ। ਜੋ ਸ਼ਰਧਾ ਕਰ ਸੇਵੰਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਣਾ ਰਾਉ ਨਾ ਕੋ ਰਹੈ ਰੰਗ ਨਾ ਤੁੰਗ ਫਕੀਰ। ਬਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਪਰਿਦਾ ਦਰਿਆ ਵੈ ਕਨੈ ਬਗਲਾ ਬੈਠਾ ਕੇਲ ਕਰੇ। ਕੇਲ ਕਰੰਦੇ ਅੰਜਨੋ ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ ਕੇਲਾ ਸਈਆਂ। ਹੋ ਮਨ ਚੇਤਨਾ ਚਿਤੇ ਸਨ ਸੋ ਗਾਲੀ ਰੱਬ ਕੀਆਂ। ਗੁਰਮੁਖ ਜਨਮ ਸਵਾਰ ਦਰਗਾਹ ਚਲਿਆ। ਸੱਚੀ ਦਰਗਾਹ ਜਾਏ ਸੱਚਾ
ਪਿੜ ਮੱਲਿਆ। ਸੋ ਕਹੋ ਟਲ ਗੁਰ ਸੇਵੀਆ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਨੌਵਾਂ। ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ। ਕੋ ਕਾਹੂ ਕੋ ਨਾਹੀ, ਪ੍ਰੀਤਮ ਜਾਨ ਲਿਓ ਮਨ ਮਾਹੀ। ਆਪਣੇ ਸੁਖ ਸਿਉ ਹੀ ਜਗ ਫਾਂਦਿਓ। ਕੋ ਕਾਹੂ ਕੋ ਨਾਹੀ। ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ, रहत चहो जिस घेरा। विपत परी सब ही संग छाड़त, को न आवत नेरा। कर किनार बहुत हित जास्यो, सदा रहत संग लागी। जब ही हंस तजिए काया, प्रेत प्रेत कर भागी। एह विद को व्यवहार बन्यो है, जा सोने हो लगायो। अंत बार नानक बिन हर जी, को काम न आयो। ਇਹ ਵਿਦ ਕੋ ਵਿਵਹਾਰ ਬਨਿਓ। ਹੁਕਮਨਾਮੇ ਬਖਸ਼ੇ ਹਨ। ਸੋ ਜਿਸ ਤਰ੍ਹਾਂ ਬਾਬਾ ਜੀ ਨੇ ਵਿਚਾਰਾਂ ਕਰਦਿਆਂ ਹੋਇਆਂ ਕਿਹਾ ਹੈ ਕਿ ਜੋ ਸਮਾਂ ਹੈ ਉਹਦਾ ਕੋਈ ਪਤਾ ਨਹੀਂ ਹੈ ਕਦੋਂ ਬੰਦੇ ਦੇ ਆ ਜਾਣਾ ਹੈ। ਇਸੇ ਤਰ੍ਹਾਂ ਮਾਤਾ ਤਜਿੰਦਰ ਕੌਰ ਜੀ ਸੁਬਹਾ ਬਿਲਕੁਲ ਠੀਕ ਸਨ ਅਤੇ ਜਲ ਪਾਣੀ ਛਕਿਆ ਹੈ, ਉੱਠੇ ਹਨ। ਉਸ ਤੋਂ ਬਾਅਦ ਗੁਰੂ ਦਾ ਭਾਣਾ ਹੋਇਆ ਅਤੇ ਆਪਣੇ ਚਰਨਾਂ ਵਿੱਚ ਗੁਰੂ ਦੇ ਚਰਨਾਂ ਵਿੱਚ ਜਾ ਵੜਿਆ। ਇਹਨਾਂ ਦਾ ਪਿਆਰ ਹੈ ਭਾਈ ਯੋਗੇਸ਼ ਸਿੰਘ ਜੀ ਦਾ। ਉਹ ਸਾਰਿਆਂ ਨੇ ਆ ਕੇ ਆਪਣੀਆਂ ਹਾਜ਼ਰੀਆਂ ਲਵਾਈਆਂ ਨੇ। ਸੋ ਸਾਰਿਆਂ ਦਾ ਭਾਈ ਪਰਿਵਾਰ ਵੱਲੋਂ ਧੰਨਵਾਦ ਹੈ ਅਤੇ ਨਾਲ ਇਹਦੇ ਨਾਲ ਬੇਨਤੀ ਵੀ ਹੈ ਕਿ ਜਿਨ੍ਹਾਂ ਨੇ ਗੁਰੂ ਕੇ ਲੰਗਰ ਨਹੀਂ ਛਕੇ ਹਨ ਉਹ ਗੁਰੂ ਕੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਪਰਿਵਾਰ ਵੱਲੋਂ ਬੇਨਤੀ ਹੈ। ਸੋ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਬਲਵੀਰ ਸਿੰਘ ਜੀ ਕਲਸੀ ਸਾਹਿਬ ਨੂੰ ਕਿ ਉਹ ਭਾਈ ਤਰਸੇਮ ਸਿੰਘ ਜੀ ਨੂੰ ਸਿਰੋਪਾਓ ਦੇ ਕੇ ਸਨਮਾਨ ਦੇਣ। ਭਾਈ ਤਰਸੇਮ ਸਿੰਘ ਜੀ ਨੂੰ ਬੇਨਤੀ ਹੈ ਕਿ ਪ੍ਰਧਾਨ ਸਾਹਿਬ ਬਲਵੀਰ ਸਿੰਘ ਜੀ ਕਲਸੀ ਸਾਹਿਬ ਤੋਂ ਸਿਰੋਪਾਓ ਲੈ ਕੇ ਗੁਰੂ ਦੀ ਬਖਸ਼ਿਸ਼ ਲੈਣ। ਸੋ ਅਸੀਂ ਬੋਲੇ ਸੋ ਨਿਹਾਲ। ਨਾਲ ਦੀ ਨਾਲ ਭਾਈ ਯੋਗੇਸ਼ ਸਿੰਘ ਜੀ ਪਿਤਾ ਜੀ ਭਾਈ ਰਣਜੀਤ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਗੁਰੂ ਦੀ ਬਖਸ਼ਿਸ਼ ਸਰੋਪਾਓ ਲੈਣ ਦੀ ਕਿਰਪਾਲਤਾ ਕਰਨ। ਉਹਨਾਂ ਨੂੰ ਸਰੋਪਾਓ ਦੇਣਗੇ ਠੇਕੇਦਾਰ ਗੁਰਮੇਲ ਸਿੰਘ ਜੀ। ਸੋ ਭਾਈ ਬੇਨਤੀ ਹੈ ਭਾਈ ਰਣਜੀਤ ਸਿੰਘ ਜੀ ਨੂੰ। ਬੋਲੇ ਸੋ ਨਿਹਾਲ। ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਦਾ ਭਾਈ ਧੰਨਵਾਦ ਹੈ ਅਤੇ ਨਾਲ ਦੀ ਨਾਲ ਬੇਨਤੀ ਵੀ ਹੈ ਭਾਈ ਗੁਰੂ ਕੇ ਲੰਗਰ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਨੇ, ਛਕ ਕੇ ਜਾਣ ਦੀ ਕਿਰਪਾਲਤਾ ਕਰੋ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।